ਕਾਂਗਰਸ ਦੇ ਬੜੇ ਗੱਦਾਵਰ ਤੇ ਵੱਡੇ ਲੋਕ ਜਿਹੜੇ ਉਹ ਬੜੀ ਓਪਨਲੀ ਜਾ ਕੇ ਭਾਜਪਾ 'ਚ ਰਲ ਜਾਂਦੇ ਆ ਐਂਡ ਆਪਣਾ ਕੱਦ ਘਟਾ ਕੇ ਵੀ ਰਲਦੇ ਆ। ਇਹਨਾਂ ਨੇ ਪਹਿਲਾਂ ਇਹ ਤਾਂ ਪ੍ਰੂਵ ਕਰਤਾ ਸੀਗਾ ਵੀ ਇਹ ਨੀਤੀ ਮੁਕਤ ਨੇ, ਅੱਜ ਇਹ ਵੀ ਸਰਟੀਫਿਕੇਟ ਦੇਤਾ ਵੀ ਇਹ ਨੇਤਾ ਮੁਕਤ ਵੀ ਨੇ। ਤਾਂ ਕਰਕੇ ਪਾਰਟੀ ਦੇ ਵਿੱਚ 6 ਸਟੇਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਲਾਏ ਗਏ ਹੈ ਉਹ ਪੁਰਾਣੇ ਕਾਂਗਰਸ ਲੀਡਰ ਨੇ। ਇਹ ਇਹਨਾਂ ਦਾ ਕਿਸੇ ਨੇ ਹੱਥ ਫੜਿਆ ਉਹ ਅਕਾਲੀ ਦਲ ਨਹੀਂ ਫੜਿਆ। ਲੋਕ ਦੇਖਦੇ ਆ, ਨੋਟਿਸ ਲੈਂਦੇ ਇਸ ਗੱਲ ਦਾ ਵੀ ਜਿਹੜੇ ਲੋਕ ਪਹਿਲਾਂ ਸੈਕੂਲਰ ਹੁੰਦੇ ਸੀਗੇ ਅੱਜ ਉਹ ਰਾਈਟ 'ਚ ਸ਼ਾਮਿਲ ਹੋ ਗਏ, ਜਿਹੜੇ ਲੋਕ ਸਹੀ ਲਈ ਖੜਦੇ ਸੀਗੇ ਅੱਜ ਗਲਤ ਸ਼ਾਮਿਲ ਹੋ ਗਏ। ਜਿਸ ਤਰ੍ਹਾਂ ਵੀ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਮਫਾਦਾਂ ਨੂੰ ਜਿਨ੍ਹਾਂ ਨੇ ਧੱਕੇ ਚਾੜਿਆ, ਜਿਨ੍ਹਾਂ ਨੇ ਉਹਨਾਂ ਨੂੰ ਗਹਿਣੇ ਧਰਿਆ ਸੈਂਟਰ ਦੇ ਕੋਲ, ਜਿਵੇਂ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਤਾਂ ਇਹ ਬੜਾ ਕਲੀਅਰ ਹੈ ਜੀ ਕਿ ਕਿਤੇ ਨਾ ਕਿਤੇ ਸੈਟਿੰਗ ਬਹੁਤ ਪੁਰਾਣੀ ਹੈ। ਅੱਜ ਇਹ ਕਿਹੜੇ ਕਿਸਾਨਾਂ ਦੀ ਗੱਲ ਕਰਦੇ ਆ? ਕਿਸਾਨਾਂ ਨੂੰ ਤਾਂ ਲਾਠੀਆਂ ਨਾਲ ਕੁੱਟ ਰਹੇ ਆ। ਇਹ ਕਿਸਾਨ ਤਾਂ ਅੱਜ ਧਰਨਿਆਂ ਤੇ ਬੈਠੇ ਆ, ਕਿਸਾਨਾਂ ਨਾਲ ਤਾਂ ਵਾਅਦਾ ਗਲਾਫੀਆਂ ਹੋ ਗਈਆਂ। ਇਹਨਾਂ ਦਾ ਕੇਵਲ ਔਰ ਕੇਵਲ ਮਕਸਦ ਜਿਹੜਾ ਹੈਗਾ ਆਰਐਸਐਸ ਦੀ ਆਈਡੀਓਲੋਜੀ ਨਹੀਂ, ਅੱਜ ਸੀਟਾਂ ਜਿੱਤਣ ਦੀ ਆਈਡੀਓਲੋਜੀ ਇਹਨਾਂ ਦੀ ਕਿਤੇ ਨਾ ਕਿਤੇ ਬਣ ਕੇ ਰਹਿ ਗਈ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਫੇਲ ਹੈ। ਪੰਜਾਬ ਦੇ ਸਰਕਾਰੀ ਕਰਮਚਾਰੀ ਸੜਕਾਂ ਤੇ ਹੜਤਾਲਾਂ ਤੇ ਹੈ, ਉਹਨਾਂ ਤੇ ਸੋਟੀਆਂ ਵਰਸਾਈਆਂ ਜਾ ਰਹੀਆਂ। ਅੱਜ ਆਮ ਆਦਮੀ ਪਾਰਟੀ ਆਪਣੀ ਨਾਕਾਮੀ ਜਿਸ ਨੂੰ ਲੈ ਕੇ ਬੀਜੇਪੀ ਨੂੰ ਲੈ ਕੇ ਜਾਂ ਆਰਐਸਐਸ ਨੂੰ ਲੈ ਕੇ ਹਮੇਸ਼ਾ ਵਿਪਕਸ਼ੀ ਦਲ ਸਾਡੇ ਖਿਲਾਫ ਬੋਲਦੇ ਰਹਿੰਦੇ ਹੈ। ਤਾਂ ਲਾਇਲਟੀ ਅੱਜ ਕੱਲ ਬੜਾ ਇੱਕ ਮੈਨੂੰ ਲੱਗਦਾ ਈਜ਼ੀ ਸ਼ਬਦ ਬਣ ਗਿਆ, ਬੜਾ ਲਾਈਟ ਸ਼ਬਦ ਬਣ ਗਿਆ। ਕਿਉਂਕਿ ਦੇਖੋ ਲਾਇਲਟੀ ਲੋਕਾਂ ਨਾਲ ਹੋਣੀ ਚਾਹੀਦੀ ਹੈ, ਲੋਕਾਂ ਦੇ ਦਫ਼ਤਰਾਂ ਹੋਣੀ ਚਾਹੀਦੀ ਹੈ। ਆਪਣੀ ਪੀਕ ਤੇ ਜਦੋਂ ਕਾਂਗਰਸ ਸੀ ਉਹ ਇਹੀ ਕਰਦੀ ਸੀ ਜੋ ਅੱਜ ਭਾਜਪਾ ਕਰ ਰਹੀ ਹੈ। ਇਹ ਲੋਕਾਂ ਦੀ ਮੈਂਡੇਟ ਨੂੰ ਮੰਨਦੇ ਨਹੀਂ ਸੀ। ਉਦੋਂ ਸਰਕਾਰਾਂ ਨੂੰ ਸਿੱਧਾ ਕੀ ਕਹਿੰਦੇ ਆ ਬਰਖਾਸਤ ਕਰ ਦਿੱਤਾ ਜਾਂਦਾ ਸੀਗਾ। ਹੁਣ ਆਪਰੇਸ਼ਨ ਲੋਟਸ ਚੱਲਦੇ ਨੇ। ਪ੍ਰੂਵ ਹੋ ਗਈ ਕਿ ਵੱਡਾ ਲੀਡਰ ਨਹੀਂ, ਵੱਡੇ ਲੋਕ ਨੇ, ਵੱਡੇ ਕੰਮ ਨੇ। ਸੋ ਕੰਮ ਦੇ ਬੇਸਿਸ ਤੇ ਪਾਰਟੀ ਵੱਧਦੀ ਹੈ, ਚੜ੍ਹਦੀ ਹੈ ਤੇ ਡਿੱਗਦੀ ਵੀ ਉਹਦੇ ਬੇਸਿਸ ਤੇ ਹੀ ਹੈ। ਕਾਂਗਰਸ ਦੇ ਰਾਜ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਸੀ ਆਤਮ ਹੱਤਿਆ ਕਰਦੇ ਰਹੇ ਤੇ ਤੁਸੀਂ ਉਹਦੇ ਵਿੱਚ ਕਿੱਦਾਂ ਕਹੋਗੇ? ਕਹਿੰਦੇ ਜੇ ਬੀਜੇਪੀ 'ਚ ਅਹੁਦਾ ਲੈਣਾ ਹੋਵੇ ਨਾ ਤਾਂ ਡਾਇਰੈਕਟਲੀ ਨਾ ਸ਼ਾਮਿਲ ਹੋ, ਦੂਜੀ ਪਾਰਟੀ 'ਚੋਂ ਘੁੰਮ ਕੇ ਚੌਂਕ ਦੇ ਉੱਤੋਂ ਦੀ ਗੇੜਾ ਕੱਢ ਕੇ ਅੰਦਰ ਆ ਜਾਓ ਤੇ ਤੁਹਾਨੂੰ ਅਹੁਦਾ ਮਿਲ ਜਾਊਗਾ। ਖੜਿਆਲ ਸਾਹਿਬ ਮੇਰੇ ਭਰਾ ਨੇ ਬਹੁਤ ਵਧੀਆ ਗੱਲ ਕੀਤੀ। ਉਹ ਸੈਕੂਲਰ ਸੀਗੇ, ਰਾਈਟ ਆ ਗਏ। ਵਾਕਈ ਉਹਨਾਂ ਨੂੰ ਰਾਈਟ ਵੇ ਪਤਾ ਲੱਗਾ ਤੇ ਉਹਨਾਂ ਨੂੰ ਰਾਈਟ ਪਾਰਟੀ ਪਤਾ ਲੱਗੀ। ਦੇਸ਼ ਔਰ ਪੰਜਾਬ ਦੀ ਤਰੱਕੀ ਕੌਣ ਕਰ ਸਕਦਾ, ਉਹਨਾਂ ਨੇ ਪਾਰਟੀ ਜੁਆਇਨ ਕਰ ਲਈ। ਇਹ ਵਾਕਈ ਡਾਇਰੈਕਟਲੀ ਤੇ ਇਨਡਾਇਰੈਕਟਲੀ ਦੋਵੇਂ ਸਿਸਟਮ ਨਾਲ ਚੱਲਦਾ ਹੈ। ਭਾਰਤੀ ਜਨਤਾ ਪਾਰਟੀ ਦਾ ਧਿਆਨ ਦੂਜੀ ਪਾਰਟੀ ਦੇ ਲੀਡਰਸ ਵੱਲ ਹੀ ਹੁੰਦਾ ਹੈ। ਕਿਹੜਾ ਮੈਰਿਟ ਦੇਖ ਕੇ ਭਾਰਤੀ ਜਨਤਾ ਪਾਰਟੀ ਆਪਣੀ ਪਾਰਟੀ ਦੇ ਵਿੱਚ ਲੋਕਾਂ ਨੂੰ ਸ਼ਾਮਿਲ ਕਰਦੀ ਹੈ ਤੇ ਉਹਨਾਂ ਨੂੰ ਅਹੁਦੇ ਨਾਲ ਨਵਾਜ਼ਦੀ ਹੈ। ਕਿ ਆਰਐਸਐਸ ਦੀ ਵੀ ਨਹੀਂ ਚੱਲ ਰਹੀ ਮੋਦੀ ਤੇ ਸ਼ਾਹ ਦੀ ਹੈ। ਆਰਐਸਐਸ ਨੂੰ ਇਹ ਪ੍ਰੋਬਲਮ ਹੈ, ਉਹ ਆਈਡੀਓਲੋਜੀ ਬੇਸਡ ਹੈ। ਅਸੀਂ ਉਹਨਾਂ ਦੀ ਆਈਡੀਓਲੋਜੀ ਨਾਲ ਬੇਇਤਫਾਕ ਰੱਖੀਏ ਨਾ ਰੱਖੀਏ। ਲਾਠੀ ਤੋਂ ਹੀ ਸ਼ੁਰੂ ਕਰਦਾ ਹੈ ਕਿ ਅੱਜ ਜਿਹੜੀ ਲਾਠੀ ਹੈ ਨਾ ਉਹ ਕਾਂਗਰਸ ਦੀ ਦੁਸ਼ਟ ਨੀਤੀਆਂ ਕਰਕੇ ਕਾਂਗਰਸ ਤੇ ਵੱਜੀ। ਕਹਿੰਦੇ ਜੀ ਜਿਸ ਕੀ ਲਾਠੀ ਉਸ ਕੀ ਭੈਂਸ। ਹਾਲੇ ਲਾਠੀ ਨਾਲ ਭੈਂਸਾਂ ਬਹੁਤ ਇਕੱਠੀਆਂ ਕਰ ਲੀਆਂ, ਕੋਈ ਗੱਲ ਨਹੀਂ, ਲੋਕ ਲੋਕਤੰਤਰ ਦੇ ਜਵਾਬ ਦੇਣਗੇ, ਜਿੰਨੇ ਮਰਜ਼ੀ ਇਕੱਠੇ ਕਰੀ ਜਾਓ। ਸਾਨੂੰ ਵਿਸ਼ਵਾਸ ਹੈ ਕਿ ਇਹ ਦੇਸ਼ ਵੀ ਧਰਮ ਦੀ ਰਾਜਨੀਤੀ ਨੂੰ ਨਕਾਰੇਗਾ ਤੇ ਜਿਹੜਾ ਸੈਕੂਲਰ ਮੁਲਕ ਹੈ ਉਹ ਸੈਕੂਲਰ ਰਹੇਗਾ ਐਂਡ ਸੰਵਿਧਾਨ ਉੱਤੇ ਰਹੇਗਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਭਾਜਪਾ ਵੱਲੋਂ ਕੌਮੀ ਪੱਧਰ 'ਤੇ ਜਿਹੜਾ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ, ਪੰਜਾਬ ਨੂੰ ਇੱਕ ਵੱਡੀ ਅਹਿਮੀਅਤ ਦਿੱਤੀ ਗਈ ਹੈ। ਵੱਡੇ ਚਿਹਰਿਆਂ ਦੀ ਆਪਾਂ ਗੱਲ ਕਰਦੇ ਹਾਂ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਕਈ ਹੋਰ ਚਿਹਰੇ ਜਿਨ੍ਹਾਂ 'ਚ ਰਾਣਾ ਗੁਰਮੀਤ ਸੋਢੀ, ਰਾਜਕੁਮਾਰ ਵੇਰਕਾ, ਇੱਦਾਂ ਕਈ ਅਜਿਹੇ ਚਿਹਰੇ ਤੇ ਅਜਿਹੇ ਨਾਂ ਸ਼ਾਮਲ ਹੈ ਜਿਹੜੇ ਕਿਸੇ ਸਮੇਂ ਕਾਂਗਰਸ ਦੇ ਅੰਦਰ ਬਹੁਤ ਵੱਡੇ ਅਹੁਦਿਆਂ 'ਤੇ, ਮੁੱਖ ਮੰਤਰੀ ਦੀ ਗੱਲ ਕਰ ਲਈਏ, ਪ੍ਰਧਾਨਗੀਆਂ ਦੀ ਗੱਲ ਕਰ ਲਈਏ, ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਰਹੇ ਹੈ। ਕੀ ਲੱਗਦਾ ਹੈ ਕਿ ਜਿਹੜੀ ਨਵੀਂ ਪਾਰੀ 'ਚ ਇਹਨਾਂ ਨੂੰ ਕੌਮੀ ਕਾਰਜਕਾਰਨੀ 'ਚ ਲਿਆ ਗਿਆ, ਭਾਜਪਾ ਨੇ ਜਿਸ ਤਰੀਕੇ ਨਾਲ ਦੇਖਿਆ ਪੰਜਾਬ ਦੇ ਅੰਦਰ ਭਾਜਪਾ ਦਾ ਰਾਜਸੀ ਦਬਦਬਾ, ਜਾਂ ਜੇ ਆਪਾਂ ਆਉਣ ਵਾਲੇ ਸਮੇਂ ਦੇਖੀਏ 24 ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਸ ਆ ਰਹੀਆਂ, ਉਹਦੇ 'ਚ ਇੱਕ ਵੱਡੀ ਚੁਣੌਤੀ ਦੇਵੇਗੀ ਭਾਜਪਾ ਦੂਜੀਆਂ ਧਿਰਾਂ ਨੂੰ। ਇਹਨਾਂ ਸਾਰੇ ਮੁੱਦਿਆਂ 'ਤੇ ਰਾਏ ਵੱਖੋ ਵੱਖਰੀ ਹੋ ਸਕਦੀ ਹੈ।
ਕਿਉਂਕਿ ਵਿਰੋਧੀ ਧਿਰਾਂ ਹੋਰ ਨਜ਼ਰੀਏ ਨਾਲ ਦੇਖਦੀਆਂ, ਉਹਨਾਂ ਦੇ ਆਪਣੇ ਸਵਾਲ ਹੈ। ਉਹ ਕਹਿੰਦੀਆਂ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਸੁਨੀਲ ਜਾਖੜ ਦੀ ਗੱਲ ਕਰ ਲਈਏ, ਇਹ ਖੇਤੀ ਬਿੱਲਾਂ ਦੀ ਹਮਾਇਤ ਕਰਦੇ ਰਹੇ ਹੈ ਭਾਜਪਾ ਦੀ। ਖੈਰ, ਆਪਣਾ ਆਪਣੇ ਸਵਾਲ, ਆਪਣਾ ਆਪਣਾ ਨਜ਼ਰੀਆ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਜਿਹੜੀ ਬੇਨਤੀ ਪ੍ਰਵਾਨ ਕਰਕੇ ਪੈਨਲ 'ਤੇ ਮਹਿਮਾਨ ਆਪਣੇ ਨਾਲ ਜੁੜ ਚੁੱਕੇ ਹੈ, ਉਹਨਾਂ 'ਚ ਅਸ਼ੋਕ ਸਰੀਨ ਜੀ ਨੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ। ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਅਹਿਬਾਬ ਗਰੇਵਾਲ ਨੇ, ਕਾਂਗਰਸ ਪਾਰਟੀ ਵੱਲੋਂ ਅਰਸ਼ਪ੍ਰੀਤ ਖਡਿਆਲ ਨੇ, ਇੱਦਾਂ ਹੀ ਸ਼੍ਰੋਮਣੀ ਅਕਾਲੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਬੁਲਾਰੇ, ਕਦਾਵਰ ਮਹਿਮਾਨ ਸਾਡੇ ਅਮਰਦੀਪ ਸਿੰਘ ਧਾਰਨੀ। ਸਾਰੇ ਮਹਿਮਾਨਾਂ ਦਾ ਮੈਂ ਤੁਹਾਡੇ ਵੱਲੋਂ ਪੈਨਲ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਬਣਦਾ ਵੀ ਕਾਇਦੇ ਮੁਤਾਬਕ ਤੁਹਾਡੇ ਤੋਂ ਹੀ ਹੈ। ਜਿਹੜੀ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ, ਜੇ ਆਪਾਂ ਪੰਜਾਬ ਦੇ ਨਜ਼ਰੀਏ ਤੋਂ ਦੇਖਦੇ ਹਾਂ, ਜਿੱਦਾਂ ਮੈਂ ਨਾਵਾਂ ਦਾ ਜ਼ਿਕਰ ਕੀਤਾ ਹੈ, ਕੀ ਲੱਗਦਾ ਹੈ ਕਿ ਇਹਦੇ ਨਾਲ ਭਾਜਪਾ ਦੀ ਪੰਜਾਬ ਦੇ ਅੰਦਰ ਇੱਕ ਚੰਗੀ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਚੜ੍ਹਤ ਆਉਂਦੀ ਨਜ਼ਰ ਆ ਰਹੀ ਹੈ? ਜੀ, ਮੈਂ ਤਾਂ ਪਹਿਲਾਂ ਕੌਮੀ ਸਤਰ ਤੇ ਜਾਂ ਸੂਬੇ ਸਤਰ ਤੇ ਜਿਹੜੀਆਂ ਘੋਸ਼ਣਾਵਾਂ ਭਾਜਪਾ ਵੱਲੋਂ ਕੀਤੀਆਂ ਗਈਆਂ, ਇਸ ਦੇ ਵਿੱਚ ਕੋਈ ਹੈਰਾਨੀਜਨਕ ਗੱਲ ਨਹੀਂ ਹੈ। ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਨੂੰ ਲੈ ਕੇ ਬੀਜੇਪੀ ਨੂੰ ਲੈ ਕੇ ਜਾਂ ਆਰਐਸਐਸ ਨੂੰ ਲੈ ਕੇ ਹਮੇਸ਼ਾ ਵਿਪਕਸ਼ੀ ਦਲ ਸਾਡੇ ਖਿਲਾਫ ਬੋਲਦੇ ਰਹਿੰਦੇ ਹੈ। ਜਿਨ੍ਹਾਂ ਨੇ ਬੀਜੇਪੀ ਜਨਸੰਘ ਦਾ ਨਿਰਮਾਣ 1951 ਚ ਕੀਤਾ, ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ, ਉਹ ਵੀ ਕਾਂਗਰਸ ਦੇ ਮਿਨਿਸਟਰ ਸੀਗੇ। ਜਿਹੜੇ ਸਾਡੇ ਆਰਐਸਐਸ ਦੇ ਸੰਸਥਾਪਕ ਹੈ ਹੈਡਗੇਵਾਰ ਜੀ, ਉਹ ਵੀ ਕਾਂਗਰਸ ਦੇ ਐਕਟਿਵਲੀ ਮੈਂਬਰ ਰਹੇ, ਨੇਤਾ ਰਹੇ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ। 1919 ਚ ਜਦੋਂ ਅੰਮ੍ਰਿਤਸਰ ਚ ਇਹਨਾਂ ਦਾ ਸੈਸ਼ਨ ਹੋਇਆ ਸੀਗਾ, ਉਹਦੇ ਚ ਵੀ ਉਹ ਐਜ਼ ਏ ਕਾਂਗਰਸ ਵਰਕਰ ਸ਼ਾਮਲ ਹੋਏ ਸੀਗੇ। ਦੇਖੋ, ਸਾਡਾ ਪਰਿਵਾਰ ਪੰਜਾਬ ਦੇ ਅੰਦਰ ਵੱਧ ਰਿਹਾ ਹੈ ਔਰ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ, ਦੇਖੋ, ਨੇਤਾ ਜਾਂ ਪਬਲਿਕ ਚੋਂ ਹੀ ਲੋਕ ਆਣੇ, ਔਰ ਜਿਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ 'ਚ ਜਿਹੜੀ ਪਾਰਟੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ, ਉਹ ਸਾਡੀ ਪਾਰਟੀ ਚਾਹ ਰਹੇ ਆ। ਔਰ ਇਹ ਜ਼ਰੂਰੀ ਨਹੀਂ ਹੁੰਦਾ ਕੋਈ ਸਾਡੀ ਪਾਰਟੀ ਚਾਹ ਰਿਹਾ, ਵੱਖ-ਵੱਖ ਪਾਰਟੀਆਂ 'ਚ ਵੀ ਲੋਕ ਜਾ ਰਹੇ ਆ। ਅੱਜ ਆਮ ਆਦਮੀ ਪਾਰਟੀ ਜੇ ਪੰਜਾਬ 'ਚ 92 ਐਮਐਲਏ ਜਿੱਤੇ ਆ, ਉਹਨਾਂ ਦੇ 50 ਤੋਂ ਜ਼ਿਆਦਾ 60 ਐਮਐਲਏ ਹੈ ਜਿਹੜੇ ਵੱਖ-ਵੱਖ ਪਾਰਟੀਆਂ ਦੇ ਕਾਰਜਕਰਤਾ ਰਹੇ। ਉਹਨਾਂ ਨੂੰ ਜਿਹੜਾ ਰਸਤਾ ਚੰਗਾ ਲੱਗਾ ਉਹ ਉੱਧਰ ਚਲੇ ਗਏ। ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਬਣ ਗਿਆ, ਅੱਜ ਸਰਕਾਰ ਬਣ ਗਈ ਉਹਨਾਂ ਦੀ। ਇਹੋ ਜਿਹੀ ਨਹੀਂ ਗੱਲ ਹੈ, ਪਰ ਇੱਕ ਗੱਲ ਇਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵੱਧ ਰਿਹਾ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਹੈ ਜਗਤਾਰ ਜੀ, ਸਾਡੀ ਪਾਰਟੀ ਰਿਪਰੈਜ਼ੈਂਟੇਸ਼ਨ ਵੀ ਦੇ ਰਹੀ ਹੈ। ਜਿਹੜੇ ਸਾਡੇ 'ਚ ਆਏ ਉਹਨਾਂ ਦਾ ਸਨਮਾਨ, ਸਥਾਨ ਤੇ ਸਹਿਯੋਗ ਸਾਡੀ ਪਾਰਟੀ ਉਹਨਾਂ ਨੂੰ ਦੇ ਰਹੀ ਹੈ। ਚਾਹੇ ਜਾਖੜ ਜੀ ਆਏ ਹੈ, ਕੈਪਟਨ ਜੀ ਆਏ ਹੈ, ਚਾਹੇ ਕੋਈ ਵੀ ਆਏ ਹੈ, ਨਾਵਾਂ ਦੀ ਤਫਸੀਲ 'ਚ ਨਹੀਂ ਜਾਂਦਾ ਮੈਂ ਜੀ। ਸਾਡੀ ਪਾਰਟੀ 'ਚ ਉਹਨਾਂ ਨੂੰ ਸਨਮਾਨ ਵੀ ਮਿਲ ਰਿਹਾ, ਸਥਾਨ ਰਿਹਾ ਔਰ ਸਹਿਯੋਗ ਵੀ। ਸਿੰਜਾ, ਮੈਂ ਤੁਹਾਨੂੰ ਵਿੱਚੋਂ ਟੋਕਣ ਲੱਗਿਆ, ਜਿੱਦਾਂ ਤੁਸੀਂ ਮਾਨ ਸਨਮਾਨ ਦੀ ਬਿਲਕੁਲ ਪਾਰਟੀ ਦਾ ਆਪਣੇ ਤੌਰ ਤੇ ਇੱਕ ਦਾਵਾ ਹੁੰਦਾ, ਮਾਨ ਸਨਮਾਨ ਦੀ ਗੱਲ ਤੁਸੀਂ ਕਰ ਰਹੇ ਹੋ, ਪਰ ਮੈਂ ਆਪ ਦੇ ਜਿਹੜੇ ਸਪੋਕਸ ਪਰਸਨ ਹੈ ਉਹਨਾਂ ਨੂੰ ਡਿਬੇਟ ਤੋਂ ਪਹਿਲਾਂ ਸੁਣ ਰਿਹਾ ਸੀ। ਉਹ ਇਹ ਕਹਿ ਰਹੇ ਸੀ ਕਿ ਮਾਨ ਸਨਮਾਨ ਨਹੀਂ ਦਿੱਤਾ ਗਿਆ, ਚਾਹੇ ਖੇਤੀ ਕਾਨੂੰਨ ਦੀ ਗੱਲ ਕਰ ਲਈਏ, ਦੂਜੇ ਮੁੱਦਿਆਂ ਦੀ ਗੱਲ ਕਰ ਲਈਏ, ਅਜਿਹੇ ਆਗੂਆਂ ਨੂੰ ਲਿਆ ਗਿਆ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਨਾਲ ਧਰੋਹ ਕੀਤਾ, ਉਹਨਾਂ ਆਗੂਆਂ ਨੂੰ ਮਾਨ ਤੇ ਸਨਮਾਨ ਦਿੱਤਾ ਗਿਆ। ਦੇਖੋ, ਮੈਂ ਅਭਾਵ ਜੀ ਵੱਡੇ ਭਰਾ ਹਾਂ, ਮੈਂ ਇਹਨਾਂ ਦੀ ਗੱਲ ਦਾ ਨਹੀਂ, ਪਰ ਇਹਨਾਂ ਦੀ ਪਾਰਟੀ ਦੀ ਗੱਲ ਜ਼ਰੂਰ ਕਰਦੇ ਹਾਂ। ਅੱਜ ਇਹ ਕਿਹੜੇ ਕਿਸਾਨਾਂ ਦੀ ਗੱਲ ਕਰਦੇ ਆ? ਕਿਸਾਨਾਂ ਨੂੰ ਤਾਂ ਲਾਠੀਆਂ ਨਾਲ ਕੁੱਟ ਰਹੇ ਆ। ਇਹ ਕਿਸਾਨ ਤਾਂ ਅੱਜ ਧਰਨਿਆਂ ਤੇ ਬੈਠੇ ਆ, ਕਿਸਾਨਾਂ ਨਾਲ ਤਾਂ ਵਾਅਦਾ ਗਲਾਫੀਆਂ ਹੋ ਗਈਆਂ। ਅੱਜ ਇਹ ਸਾਡੇ ਬਾਰੇ, ਇਹ ਸਿਰਫ ਔਰ ਸਿਰਫ ਇਹਨਾਂ ਕੋਲੇ ਹੁਣ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਗੱਲ ਕਰਨ ਨੂੰ ਨਹੀਂ ਹੈ, ਸਵਾਲ ਦਾਗਣ ਨੂੰ ਨਹੀਂ ਹੈ, ਆਪਣੀ ਛਵੀ ਤੋਂ ਬਚਣ ਲਈ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਅੱਜ ਪੰਜਾਬ ਦੇ ਅੰਦਰ ਤਰਾਹੀ ਹੈ, ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਫੇਲ ਹੈ, ਪੰਜਾਬ ਦੇ ਸਰਕਾਰੀ ਕਰਮਚਾਰੀ ਸੜਕਾਂ ਤੇ ਹੈ, ਹੜਤਾਲਾਂ ਤੇ ਹੈ, ਉਹਨਾਂ ਤੇ ਸੋਟੀਆਂ ਵਰਸਾਈਆਂ ਜਾ ਰਹੀਆਂ। ਅੱਜ ਆਮ ਆਦਮੀ ਪਾਰਟੀ ਆਪਣੀ ਨਾਕਾਮੀ ਛੁਪਾਉਣ ਦੇ ਲਈ ਭਾਜਪਾ ਦੇ ਉੱਤੇ ਐਲੀਗੇਸ਼ਨ ਲਾ ਰਹੀ ਹੈ। ਇਸ ਦੇ ਨਾਲ ਨਾ ਤਾਂ ਜਨਤਾ ਨੂੰ ਕੋਈ ਫਰਕ ਪੈਣਾ ਹੈ, ਨਾ ਸਾਡੀ ਭਾਰਤੀ ਜਨਤਾ ਪਾਰਟੀ ਨੂੰ। ਆਪਾਂ ਜਵਾਬ ਲੈਣੇ ਆ, ਬਿਲਕੁਲ ਰਿਜ਼ਲਟ ਤੁਹਾਨੂੰ ਸਾਰੇ ਸਾਹਮਣੇ ਆਣਗੇ। ਜਵਾਬ ਲੈਣੇ। ਅਹਿਬਾਬ ਗਰੇਵਾਲ, ਜਿਸ ਮੁੱਦੇ ਤੇ ਚਰਚਾ ਕੀਤੀ ਜਾ ਰਹੀ ਹੈ, ਉਹ ਕਹਿੰਦੇ ਕਿ ਕੋਈ ਐਸੀ ਗੱਲ ਨਹੀਂ ਕਿ ਕੈਪਟਨ ਅਮਰਿੰਦਰ ਜਾਖੜ ਜਾਂ ਰਾਜਕੁਮਾਰ ਬੇਰਕਾ ਹੋਰ ਜਿਹੇ ਆਗੂ ਸਾਡੀ ਪਾਰਟੀ 'ਚ ਆਏ ਹੈ। ਉਹ ਕਹਿੰਦੇ ਆਪ ਨੇ ਵੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਵਿਰੋਧੀ ਧਿਰਾਂ ਦੇ ਆਗੂ ਨੂੰ ਲੈ ਕੇ 92 ਐਮਐਲਏ ਲਿਆਂਦੇ, ਤੇ ਬਾਕੀ ਉਹ ਕਹਿੰਦੇ ਕਿ ਆਪ ਦੀ ਫੇਲਿਅਰ ਹੈ, ਇਸ ਕਰਕੇ ਸਾਡੇ ਤੇ ਦੋਸ਼ ਲਗਾ ਰਹੇ ਹੈ। ਸਿੱਧੂ ਸਾਹਿਬ, ਫੇਲੀਅਰ ਜਾਂ ਸਕਸੈਸ ਤਾਂ ਲੋਕ ਡਿਸਾਈਡ ਕਰਦੇ ਹੁੰਦੇ ਆ, ਉਹ ਜਿਸ ਤਰ੍ਹਾਂ ਵੀ ਹੋਊਗਾ ਫੈਸਲਾ ਹੋ ਜਾਏਗਾ। ਗੱਲ ਇਹ ਹੈ ਕਿ ਜੋ ਇਹ ਕਰਦੇ ਆਪਣੀ ਪਾਰਟੀ 'ਚ, ਇਹਦਾ ਇੰਟਰਨਲ ਮੈਟਰ ਹੈ,
ਉਹਦੇ 'ਚ ਸਾਡਾ ਕੋਈ ਟਿੱਪਣੀ ਕਰਨੀ ਬਣਦੀ ਨਹੀਂ, ਬਟ ਜਿਹੜਾ ਇੱਕ ਐਜ਼ ਅ ਨਿਊਟਰਲ ਆਬਜ਼ਰਵਰ ਕਿਸੇ ਨੂੰ ਨਜ਼ਰ ਆਉਂਦਾ ਉਹ ਨਜ਼ਰ ਇਹ ਆਉਂਦਾ ਕਿ ਜਿਹੜੇ ਕਾਂਗਰਸ ਚੱਲਦਾ ਸੀਗੇ 4.5 ਸਾਲ ਸੈਟਿੰਗ ਸੀ ਤੇ ਉਹ ਕਹਿੰਦੇ ਸੀ ਕਿ ਜੀ ਸਰਕਾਰ ਹੀ ਦਿੱਲੀੋਂ ਚੱਲ ਰਹੀ ਹੈ, ਉਹ ਸਿੱਧ ਹੁੰਦਾ ਨਜ਼ਰ ਆ ਰਿਹਾ ਕਿ ਕਾਂਗਰਸ ਦੇ ਬੜੇ ਗੱਦਾਵਰ ਤੇ ਵੱਡੇ ਲੋਕ ਜਿਹੜੇ ਉਹ ਬੜੀ ਓਪਨਲੀ ਜਾ ਕੇ ਭਾਜਪਾ 'ਚ ਰਲ ਜਾਂਦੇ ਆ ਐਂਡ ਆਪਣਾ ਕੱਦ ਘਟਾ ਕੇ ਵੀ ਰਲਦੇ ਆ। ਕੈਪਟਨ ਸਾਹਿਬ ਜੇ ਸਿਆਸੀ ਕੱਦ ਦੇਖੋ ਤਾਂ JP ਨੱਡਾ ਜੀ ਤੋਂ ਵੀ ਉੱਚਾ ਸੀ ਤੇ ਜੁਆਇਨਿੰਗ ਇਹਨਾਂ ਦੀ ਕਿਰਨ ਰਿਜੀਜੂ ਜੀ ਕਰਾ ਰਹੇ ਸੀਗੇ। ਤੇ ਗੱਲ ਇਹ ਹੈ ਕਿ ਜਿਹੜਾ ਕਹਿੰਦੇ ਨਾ ਬਿਟਰ ਪਿਲ ਸਵਾਲੋ ਕੀਤੀ ਹੈ ਇੱਕ ਨੈਸ਼ਨਲ ਪਾਰਟੀ ਤੋਂ ਫਾਇਦੇ ਲੈਣ ਲਈ। ਐਂਡ ਦੇਖੋ ਉਹਨਾਂ ਨੇ ਆਪਣੀ ਕਾਰਜਕਾਰਨੀ 'ਚ ਕਿਹਨੂੰ ਰੱਖਣਾ ਹੈ ਇਹਨਾਂ ਦਾ ਮੈਟਰ ਹੈ, ਬਟ ਗੱਲ ਇਹ ਹੈ ਕਿ ਜਿਹੜੇ ਟਕਸਾਲੀ BJP ਦੇ ਲੀਡਰ ਰਹੇ ਨੇ ਉਹਨਾਂ 'ਚੋਂ ਕੋਈ ਕਿਤੇ ਨਜ਼ਰ ਨਹੀਂ ਆਉਂਦਾ, ਉਹ ਕਿਸੇ ਵੀ ਇਹੋ ਜਿਹੀ ਕਾਰਜਕਾਰਨੀ 'ਚ ਨਜ਼ਰ ਨਹੀਂ ਆਉਂਦਾ। ਤੇ ਕਿਤੇ ਇੱਕ ਜਿਹੜਾ ਮੈਸੇਜ ਜਿਹੜਾ ਗਿਆ ਉਹ ਇਹ ਗਿਆ ਕਿ ਇਹ ਤਾਂ ਸ਼ੁਰੂ ਤੋਂ ਸਾਡੇ ਨਾਲ ਸੀਗੇ ਹੀ ਲੋਕ ਐਂਡ ਦੇਖਦੇ ਹਾਂ ਕਿੰਨਾ ਕੁ ਕੰਫਰਟ ਲੈਵਲ ਹੁੰਦਾ। ਹਾਂ, ਕਾਂਗਰਸ 'ਚੋਂ ਇੱਕ ਸਮੇਂ ਤੇ ਦੇਸ਼ 'ਚ ਜਦੋਂ ਪਾਰਟੀ ਹੋਈ ਕਾਂਗਰਸ ਸੀ ਉਦੋਂ ਹੈਗਡੇਵਰ ਜੀ ਜਿਵੇਂ ਕਹਿੰਦੇ ਨੇ, ਹਾਂ ਸਾਰੇ ਹੀ ਕਾਂਗਰਸ ਸੀਗੇ, ਸਾਰੇ ਅੱਡ-ਅੱਡ ਬ੍ਰਾਂਚ ਆਊਟ ਹੋਏ ਆ, ਬਟ ਜਨਸੰਘ ਬਣਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਕਦੇ ਵੀ ਆਪਸ ਸੋਚ ਵੀ ਮਿਲੀ ਹੈ ਇਹਨਾਂ ਦੀ। ਤੇ ਗੱਲ ਇਹ ਹੈ ਕਿ ਜੋ ਇਹ ਕਰਦੇ ਆ ਮੋਸਟ ਵੈਲਕਮ, ਬਟ ਗੱਲ ਇੰਨੀ ਹੈ ਕਿ ਪੰਜਾਬ ਦੇ ਨਾਲ ਜਿਹੜੇ ਵੀ ਲੋਕ ਜਿਸ ਤਰ੍ਹਾਂ ਵੀ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਮਫਾਦਾਂ ਨੂੰ ਜਿਨ੍ਹਾਂ ਨੇ ਧੱਕੇ ਚਾੜਿਆ, ਜਿਨ੍ਹਾਂ ਨੇ ਉਹਨਾਂ ਨੂੰ ਗਹਿਣੇ ਧਰਿਆ ਸੈਂਟਰ ਦੇ ਕੋਲ, ਜਿਵੇਂ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ, ਤਾਂ ਇਹ ਬੜਾ ਕਲੀਅਰ ਹੈ ਜੀ ਕਿ ਕਿਤੇ ਨਾ ਕਿਤੇ ਸੈਟਿੰਗ ਬਹੁਤ ਪੁਰਾਣੀ ਹੈ ਤੇ ਹੁਣ ਉਹ ਵਾਅਦੇ ਪੂਰੇ ਕੀਤੇ ਜਾ ਰਹੇ ਆ ਜੀ। ਸੋ ਇਹਨਾਂ ਦਾ ਇੰਟਰਨਲ ਮੈਟਰ ਕਰਨ ਜਵਾਬ ਲੈਣੇ ਆ। ਖੜਿਆਲ ਸਾਹਿਬ, ਮੁੱਦਾ ਵੱਡਾ ਕਾਂਗਰਸ ਲਈ ਵੀ ਹੈ ਕਿਉਂਕਿ ਕਾਂਗਰਸ ਦੇ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਸੁਨੀਲ ਜਾਖੜ ਦੀ ਗੱਲ ਕਰ ਲਈਏ, ਸਿੰਘ ਜੀ ਮਾਨਾ ਤੁਹਾਡੇ ਵੱਲ ਵੀ ਡੈਫੀਨੇਟਲੀ ਮਾਨਾ। ਇੱਕ ਸਵਾਲ ਆਪਾਂ ਖੜਿਆਲ ਜੀ ਤੋਂ ਵੀ ਲੈ ਲਈ ਕਿਉਂਕਿ ਕਾਂਗਰਸ ਦੀ ਗੱਲ ਵੀ ਹੋਈ ਹੈ, ਉਹਨੇ ਚਰਚਾ ਕੀਤੀ ਹੈ, ਕੋਈ ਐਸੀ ਗੱਲ ਨਹੀਂ। ਉਹ ਕਹਿੰਦੇ ਕਾਂਗਰਸ 'ਚੋਂ ਪਿਛਲੇ ਸਮੇਂ 'ਚ ਸਾਡੇ ਨਾਲ ਪਹਿਲਾਂ ਵੀ ਆਗੂ ਜੁੜਦੇ ਰਹੇ, ਦੂਜੀਆਂ ਪਾਰਟੀਆਂ 'ਚ ਵੀ ਆਉਂਦੇ ਰਹੇ, ਪਰ ਜਿਸ ਢੰਗ ਦੇ ਨਾਲ ਕਾਂਗਰਸ 'ਚੋਂ ਮੌਜੂਦਾ ਦੌਰ ਦੇ ਵਿੱਚ ਗਏ ਆ ਔਰ ਉਹਨਾਂ ਨੂੰ ਕੌਮੀ ਕਾਰਜਕਾਰਨੀ 'ਚ ਲਿਆ ਗਿਆ, ਕਿਵੇਂ ਦੇਖਦੇ ਹੋ ਇਸ ਮੁੱਦੇ 'ਤੇ? ਸੋ ਸਿੱਧੂ ਸਾਹਿਬ, ਭਾਰਤੀ ਜਨਤਾ ਪਾਰਟੀ ਨੂੰ ਮੁਬਾਰਕਬਾਦ। ਇਹਨਾਂ ਨੇ ਪਹਿਲਾਂ ਇਹ ਤਾਂ ਪ੍ਰੂਵ ਕਰਤਾ ਸੀਗਾ ਵੀ ਇਹ ਨੀਤੀ ਮੁਕਤ ਨੇ, ਅੱਜ ਇਹ ਵੀ ਸਰਟੀਫਿਕੇਟ ਦੇਤਾ ਵੀ ਇਹ ਨੇਤਾ ਮੁਕਤ ਵੀ ਨੇ। ਤਾਂ ਕਰਕੇ ਪਾਰਟੀ ਦੇ ਵਿੱਚ 6 ਸਟੇਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਲਾਏ ਗਏ ਹੈ ਉਹ ਪੁਰਾਣੇ ਕਾਂਗਰਸ ਲੀਡਰ ਨੇ, ਫਾਰਮਰ ਨੇ। ਫਿਰ ਇੱਕ ਸਟੇਟ ਸੈਕਟਰੀ ਜਿਹੜਾ ਲਾਇਆ ਗਿਆ ਉਹ ਫਾਰਮਰ ਕਾਂਗਰਸ ਲੀਡਰ ਹੈ, ਇੱਕ ਜਨਰਲ ਸੈਕਟਰੀ ਜਿਹੜਾ ਲਾਇਆ ਗਿਆ ਉਹ ਫਾਰਮਰ ਕਾਂਗਰਸ ਲੀਡਰ ਹੈ, 2 ਸਪੋਕਸਪਰਸਨ ਜਿਹੜੇ ਲਾਏ ਗਏ ਆ ਉਹ ਫਾਰਮਰ ਕਾਂਗਰਸ ਲੀਡਰਸ ਨੇ। ਇਹ ਮਤਲਬ ਤੁਸੀਂ ਤਬ ਇਹਦਾ ਹਿਸਾਬ ਲਾ ਲਓ ਕਿ ਵਰਕਰਸ ਇਹ ਕਹਿ ਰਹੇ ਆ ਕਹਿੰਦੇ ਵੀ ਜਿਹੜੇ ਦਹਾਕਿਆਂ ਤੋਂ ਕੰਮ ਕਰਦੇ ਆਏ ਆ, ਦਰਿਆ ਵਿਛਾਉਂਦੇ ਆਏ ਆ, ਪਾਰਟੀ ਲਈ ਟਾਈਮ ਕੱਢਦੇ ਆਏ ਆ, ਖੂਨ ਪਸੀਨਾ ਡੋਲਦੇ ਆਏ ਆ, ਉਹਨਾਂ ਨੂੰ ਨਹੀਂ ਅਹੁਦਿਆਂ ਨਾਲ ਨਵਾਜ਼ਿਆ ਗਿਆ। ਉਹਨਾਂ ਨੂੰ ਨਵਾਜ਼ਿਆ ਗਿਆ ਜਿਹੜੇ ਹਾਲ ਹੀ ਦੇ ਵਿੱਚ ਤਾਜ਼ੇ ਪਾਰਟੀ ਦੇ ਵਿੱਚ ਆਏ ਆ। ਸੋ ਗੱਲ ਪਤਾ ਵਰਕਰਸ ਕੀ ਕਰ ਰਹੇ BJP ਦੇ, ਕਹਿੰਦੇ ਜੇ BJP 'ਚ ਅਹੁਦਾ ਲੈਣਾ ਹੋਵੇ ਨਾ ਤਾਂ ਡਾਇਰੈਕਟਲੀ ਨਾ ਸ਼ਾਮਿਲ ਹੋ, ਦੂਜੀ ਪਾਰਟੀ 'ਚੋਂ ਘੁੰਮ ਕੇ ਚੌਂਕ ਦੇ ਉੱਤੋਂ ਦੀ ਗੇੜਾ ਕੱਢ ਕੇ ਅੰਦਰ ਆ ਜਾਓ ਤੇ ਤੁਹਾਨੂੰ ਅਹੁਦਾ ਮਿਲ ਜਾਊਗਾ। ਤੇ ਤੀਜੀ ਗੱਲ ਇਹ ਹੈ ਆਪਣਾ ਸਿੱਧੂ ਸਾਹਿਬ ਕਿ ਦੇਖੋ ਰਿਜ਼ੈਂਟਮੈਂਟ ਬੜੀ ਹੋ ਗਈ ਹੈ ਵਰਕਰਸ ਦੇ ਵਿੱਚ। ਵਰਕਰਸ ਜਿਹੜੇ ਹੈ ਉਹ ਕਹਿ ਰਹੇ ਹੈ ਵੀ ਦੇਖੋ ਅਸੀਂ ਇੰਨੇ ਟਾਈਮ ਤੋਂ ਤੇ ਲੀਡਰਸ ਸ਼ਰੇਆਮ ਬਿਆਨ ਵੀ ਦੇ ਰਹੇ ਇਹਨਾਂ ਦੇ, ਇਹਨਾਂ ਨੂੰ ਲੱਗਦਾ ਵੀ ਅਸੀਂ 2024 ਦੇ ਵਿੱਚ ਪਤਾ ਨਹੀਂ ਕੀ ਕਰਾਂਗੇ। ਇਹਨਾਂ ਨੂੰ ਇੱਕ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਪਾਰਟੀ ਜਿਹੜੀ ਹੈ ਵਰਕਰਸ ਨਾਲ ਬਣਦੀ ਹੈ, ਵਰਕਰਸ ਖੜੇ ਕਰਦੇ ਆ ਪਾਰਟੀ ਨੂੰ, ਲੀਡਰ ਨਹੀਂ ਕਰਦੇ। ਤੇ ਦੂਜਾ ਪਹਿਲਾਂ ਹੁੰਦਾ ਸੀਗਾ ਕਿ ਲੀਡਰ ਦਾ ਨਾਮ ਹੈ ਤਾਂ ਲੀਡਰ ਚੱਲ ਜੂਗਾ, ਜਿੱਤ ਜੂਗਾ। ਇਹ ਗੱਲ ਪਿਛਲੇ ਇਲੈਕਸ਼ਨ 'ਚ ਪ੍ਰੂਵ ਹੋ ਗਈ ਕਿ ਵੱਡਾ ਲੀਡਰ ਨਹੀਂ, ਵੱਡੇ ਲੋਕ ਨੇ, ਵੱਡੇ ਕੰਮ ਨੇ। ਸੋ ਕੰਮ ਦੇ ਬੇਸਿਸ ਤੇ ਪਾਰਟੀ ਵੱਧਦੀ ਹੈ, ਚੜ੍ਹਦੀ ਹੈ ਤੇ ਡਿੱਗਦੀ ਵੀ ਉਹਦੇ ਬੇਸਿਸ ਤੇ ਹੀ ਹੈ। ਸੋ ਦੇਅਰਫੋਰ ਜਿਹੜੇ BJP ਦੇ 2 ਸੀਟਾਂ ਜਿੱਤੇ ਹੁੰਦੇ ਸੀਗੇ, ਇਹਦੇ ਕਰਕੇ ਹੁਣ 0 ਹੋਣਗੀਆਂ। ਤੇ ਮੈਂ ਕਾਰਨ ਦੱਸਦਾ ਕੀ ਹੈ। ਦੇਖੋ ਇਹਨਾਂ ਨੇ ਤਾਂ ਆਈਡੀਓਲੋਜੀ ਚੇਂਜ ਕਰ ਲਈ ਓਵਰਨਾਈਟ ਸਿੱਧੂ ਸਾਹਿਬ, ਲੇਕਿਨ ਲੋਕ ਨਾ ਇਹ ਗੱਲ ਭੁੱਲਦੇ ਨਹੀਂ। ਲੋਕ ਦੇਖਦੇ ਆ, ਨੋਟਿਸ ਲੈਂਦੇ ਇਸ ਗੱਲ ਦਾ ਵੀ ਜਿਹੜੇ ਲੋਕ ਪਹਿਲਾਂ ਸੈਕੂਲਰ ਹੁੰਦੇ ਸੀਗੇ ਅੱਜ ਉਹ ਰਾਈਟ 'ਚ ਸ਼ਾਮਿਲ ਹੋ ਗਏ, ਜਿਹੜੇ ਲੋਕ ਸਹੀ ਲਈ ਖੜਦੇ ਸੀਗੇ ਅੱਜ ਗਲਤ ਸ਼ਾਮਿਲ ਹੋ ਗਏ, ਜਿਹੜੇ ਕ੍ਰਿਸ਼ੀ ਕਾਨੂੰਨ ਦੇ ਉਲਟ ਸੀ ਅੱਜ ਉਹਨਾਂ ਦੇ ਹੱਕ 'ਚ ਖੜੇ ਹੋ ਗਏ, ਜਿਹੜੇ ਕਹਿੰਦੇ ਸੀਗੇ ਵੀ ਅੱਛਾ ਵਾਲੀਆ ਸਾਹਿਬ, ਸਿੱਧੂ ਸਾਹਿਬ, ਜ਼ਰੂਰੀ ਗੱਲ ਇਹ ਹੈ ਕਿ ਆਮ ਆਪਣਾ ਭਾਰਤੀ ਜਨਤਾ ਪਾਰਟੀ ਕਹਿੰਦੀ ਵੀ ਇਹ ਸ਼ਹੀਦ ਨਹੀਂ, ਜਿਹੜੇ ਕਿਸਾਨ ਉੱਤੇ ਸ਼ਹੀਦ ਹੋਏ ਸੀਗੇ, ਕਹਿੰਦੇ ਸ਼ਹੀਦ ਨਹੀਂ, ਇਹ ਖਾਲਿਸਤਾਨੀ ਨੇ, ਟੈਰਰਿਸਟ ਨੇ। ਤੇ ਕਾਂਗਰਸ ਨੇ ਕਿਹਾ ਸੀਗਾ ਤੇ ਇਹ ਬਹੁਤ ਲੀਡਰ ਸੀਗੇ ਇਹਨਾਂ ਚੋਂ ਜਿਹੜੇ ਜਿਨ੍ਹਾਂ ਨੂੰ ਅਪਾਇੰਟਮੈਂਟ ਦਿੱਤੀ ਹੈ, ਉਹਨਾਂ ਨੇ ਕਿਹਾ ਸੀਗਾ ਵੀ ਸ਼ਹੀਦ ਨੇ, ਮੁਆਵਜ਼ਾ ਦਿੱਤਾ ਜਾਵੇ, ਜੌਬ ਦਿੱਤੀਆਂ। ਬਸ ਕੰਟਰੋਲ ਕਰ ਰਹੇ
ਮੁਆਵਜ਼ਾ ਦਿੱਤਾ ਜਾਵੇ, ਉਹਨਾਂ ਨੂੰ ਜੌਬਸ ਦਿੱਤੇ ਜਾਣ, ਸਪੈਸ਼ਲੀ ਕੈਪਟਨ ਅਮਰਿੰਦਰ ਸਿੰਘ ਜੀ, ਤੇ ਉਹਨਾਂ ਨੇ ਐਂਟੀ ਫਾਰਮ ਬਿੱਲ ਪਾਸ ਕੀਤੇ ਸੀ, ਕ੍ਰਿਸ਼ੀ ਕਾਨੂੰਨ ਜੀ। ਓਵਰਨਾਈਟ ਤੋਂ ਚੇਂਜ ਆਫ ਮਾਈਂਡ ਹੁੰਦਾ ਹੈ, ਆਈਡੀਓਲੋਜੀ ਚੇਂਜ ਹੁੰਦੀ ਹੈ, ਲੋਕ ਆ ਗਈ ਗੱਲ ਖੜਿਆਲ ਸਾਹਿਬ, ਬਿਲਕੁਲ ਖੜਿਆਲ ਜੀ ਆ ਗਿਆ ਤੁਹਾਡਾ ਵਿਊ ਪੁਆਇੰਟ ਆ ਗਿਆ। ਤਾਨੀ ਸਾਹਿਬ, ਮੈਂ ਆਉਣਾ ਤੁਹਾਡੇ ਵੱਲ, ਪਹਿਲਾਂ ਆਪਾਂ ਜਵਾਬ ਲੈ ਲਈਏ, ਡੈਫੀਨਿਟਲੀ ਮੈਂ ਇਸ ਤੋਂ ਬਾਅਦ ਤੁਹਾਡੇ ਵੱਲ ਸਵਾਲ ਲੈ ਕੇ ਆ ਰਿਹਾ। ਸਿੰਧੀਆ ਇਸ ਮਾਮਲੇ ਤੇ ਗੱਲ ਕੀਤੀ ਹੈ, ਦੇਖੋ ਆਪ ਦਾ ਕਹਿਣਾ ਹੈ ਕਿ ਜਿਸ ਢੰਗ ਨਾਲ ਪੰਜਾਬ ਦੇ ਮੁੱਦਿਆਂ ਤੇ ਭਾਜਪਾ ਪਿੱਛੇ ਹਟੀ ਹੈ, ਚਲੋ ਉਹ ਵੱਖਰਾ ਮਾਮਲਾ, ਕਹਿੰਦੇ ਕਿ ਜਿਹੜੇ ਟਕਸਾਲੀ ਭਾਜਪਾ ਦੇ ਆਗੂ ਸੀ। ਦੂਜੇ ਪਾਸੇ ਕਾਂਗਰਸ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਨੇਤਾ ਵੀ ਹੁਣੀ ਹੋ ਗਈ ਹੈ ਭਾਜਪਾ, ਇਸ ਕਰਕੇ ਕਹਿੰਦੇ ਘੱਟੋ ਘੱਟ 6 ਆਗੂ ਉਹ ਲਏ ਗਏ ਹੈ ਚਿਹਰੇ ਜਿਹੜੇ ਪਹਿਲਾਂ ਕਿਸੇ ਵੇਲੇ ਕਾਂਗਰਸ ਦੇ ਚ ਰਹੇ ਹੈ, ਔਰ ਆਪਦੇ ਮੁੱਦਿਆਂ ਤੋਂ ਪਿੱਛੇ ਹਟ ਰਹੀ ਹੈ ਭਾਜਪਾ। ਦੇਖੋ, ਭਾਰਤੀ ਜਨਤਾ ਪਾਰਟੀ ਨਹੀਂ ਕੋਈ ਲੀਡਰਲੈਸ ਹੋਈ। ਲੀਡਰਲੈਸ ਤਾਂ ਇਹ ਰਹੇ ਨਾ, ਕੋਈ 3 ਸਾਲ ਪ੍ਰਧਾਨ ਨਹੀਂ ਮਿਲਿਆ ਕਾਂਗਰਸ ਕੋ। ਮੈਂ ਪਹਿਲਾਂ ਕਾਂਗਰਸ ਪਾਰਟੀ ਦੀ ਗੱਲ ਕਰਦਾ ਹੈ। ਸਾਡੀ ਪਾਰਟੀ 'ਚ ਅਨੁਸ਼ਾਸਨ ਹੈ, ਕਿਸੇ ਨੇ ਵਿਰੋਧ ਨਹੀਂ ਕੀਤਾ। ਇਸ ਤਰ੍ਹਾਂ ਤਾਂ ਮੈਨੂੰ ਵੀ ਪੋਸਟ ਨਹੀਂ ਮਿਲੀ, ਸਾਡੀ ਕਿਸੇ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ ਹੈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਖੜਿਆਲ ਸਾਹਿਬ ਮੇਰੇ ਭਰਾ ਨੇ ਬਹੁਤ ਵਧੀਆ ਗੱਲ ਕੀਤੀ। ਉਹ ਸੈਕੂਲਰ ਸੀਗੇ, ਰਾਈਟ ਆ ਗਏ, ਵਾਕਈ ਉਹਨਾਂ ਨੂੰ ਰਾਈਟ ਵੇ ਪਤਾ ਲੱਗਾ ਤੇ ਉਹਨਾਂ ਨੂੰ ਰਾਈਟ ਪਾਰਟੀ ਪਤਾ ਲੱਗੀ। ਦੇਸ਼ ਔਰ ਪੰਜਾਬ ਦੀ ਤਰੱਕੀ ਕੌਣ ਕਰ ਸਕਦਾ, ਉਹਨਾਂ ਨੇ ਪਾਰਟੀ ਜੁਆਇਨ ਕਰ ਲਈ। ਜਿੱਥੋਂ ਤੱਕ ਸਾਡੇ ਟਕਸਾਲੀ ਨੇਤਾਵਾਂ ਦੀ ਗੱਲ ਹੈ, ਸੰਧੂ ਜੀ, ਸਾਡੇ ਅਵਿਨਾਸ਼ ਰਾਏ ਖੰਨਾ ਜੀ ਪੁਰਾਣੇ ਨੇਤਾ, ਸਾਡੇ ਹਿਮਾਚਲ ਦੇ ਪ੍ਰਭਾਰੀ ਹੈ, ਨੈਸ਼ਨਲ ਡਿਸਪਲਿਨਰੀ ਕਮੇਟੀ ਦੇ ਚੇਅਰਮੈਨ ਨੇ। ਸਾਡੇ ਮਨੋਰੰਜਨ ਕਾਲੀਆ ਜੀ ਪੂਰਬ ਮੰਤਰੀ ਪੰਜਾਬ ਦੇ, ਅੱਜ ਉਹ ਰਾਸ਼ਟਰੀ ਕਾਰਜਕਾਰਨੀ ਦੇ ਵਿੱਚ ਗਏ। ਸਾਡੇ ਹਰਜੀਤ ਸਿੰਘ ਗਰੇਵਾਲ ਜੀ, ਸਾਡੇ ਵਿਜੇ ਸਾਂਪਲਾ ਜੀ, ਜਿਹੜੇ ਸਾਡੇ ਪੁਰਾਣੇ ਨੇਤਾ, ਸਾਡੇ ਉਹ ਸਾਰਿਆਂ ਨੂੰ ਸਨਮਾਨ ਸਥਾਨ ਜਿਹੜਾ ਉਹਨਾਂ ਦਾ ਹੈਗਾ ਉਹ ਸਭ ਨੂੰ ਮਿਲ ਰਿਹਾ, ਔਰ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਰਿਜੈਕਟਮੈਂਟ ਨਹੀਂ ਹੈ, ਔਰ ਸਾਡਾ ਪਰਿਵਾਰ ਵੱਧ ਰਿਹਾ ਹੈ। ਇਸ ਚੀਜ਼ ਦੀ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਨੂੰ ਫੀਡਬੈਕ ਪਾਰਟੀਆਂ ਨੂੰ, ਇਹ ਪਾਰਟੀਆਂ ਜਿਹੜੀਆਂ ਸਾਨੂੰ ਇਹ ਕਹਿੰਦੀਆਂ ਸੀਗੀਆਂ ਕਿ ਇਹਨਾਂ ਦਾ ਝੰਡਾ ਨਹੀਂ, ਇਹਨਾਂ ਦਾ ਡੰਡਾ ਨਹੀਂ, ਇਹਨਾਂ ਦੇ ਕੋਲੇ ਕਾਰਜਕਰਤਾ ਨਹੀਂ, ਅੱਜ ਇਹ ਹਾਲਾਤ ਹੈ ਕਿ ਅੱਜ ਸਾਨੂੰ ਕਹਿਣ ਵਾਲੇ ਜੇ ਇਹਨਾਂ ਦਾ ਇੱਡਾ ਹੀ ਵਧੀਆ ਜੇ ਲੀਡਰ ਸੀ, ਇਹਨਾਂ ਨੇ ਇੰਨੇ ਵਧੀਆ, ਜਿੱਦਾਂ ਕਹਿੰਦੇ ਖੜਿਆਲ ਸਾਹਿਬ ਕਿ ਇਹਨਾਂ ਨੇ ਜੀ ਲੀਡਰ ਨੂੰ ਵੋਟਾਂ ਨਹੀਂ ਪੈਂਦੀਆਂ, ਪਾਰਟੀ ਨੂੰ ਵੋਟਾਂ ਪੈ ਜਾਂਦੀਆਂ। ਜੇ ਇਹਨਾਂ ਦੇ ਲੀਡਰ ਇੰਨੇ ਤਗੜੇ ਸੀ ਤੇ ਇਹਨਾਂ ਦੇ ਲੀਡਰ 80 ਤੋਂ 18 ਤੇ ਆ ਗਏ। ਦੇਖੋ, ਅਸੀਂ ਤਾਂ ਸੀਗੇ ਹੀ 2 ਤੇ, ਅਸੀਂ 2 ਤੇ 2 ਅੱਜ ਵੀ ਸਥਿਰ ਹੈ। ਅਸੀਂ ਪਹਿਲਾਂ ਸਹਿਯੋਗ ਨਾਲ ਲੜਦੇ ਸੀ, ਅੱਜ ਇਕੱਲੇ ਲੜਦੇ ਆ। ਜਿਹੜੇ ਸਾਡੇ ਬਾਰੇ ਕਾਂਗਰਸ ਔਰ ਆਪ, ਇਹ ਦੋਹੇ ਪਾਰਟੀਆਂ ਦੇ ਕੋਲੇ ਕੋਈ ਜ਼ਮੀਨ ਨਹੀਂ ਰਹੀ, ਔਰ ਇਹ ਦੋਨਾਂ ਦੀ ਜ਼ਮੀਨ ਪੰਜਾਬ 'ਚ ਖਿਸਕ ਚੁੱਕੀ ਹੈ। ਔਰ ਇਹ ਸਾਡੀ ਪਾਰਟੀ ਦੇ ਉੱਤੇ ਬੇਵਜ੍ਹਾ ਦੇ ਰੋਪ ਲਾ ਰਹੇ, ਉਹਦਾ ਸਾਨੂੰ ਜਾਂ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਪੈਣ ਵਾਲਾ ਨਹੀਂ। ਖੜਿਆਲ ਸਾਹਿਬ ਜੀ, ਪਹਿਲਾਂ ਤਾਂ ਇਹ ਕਹਿੰਦੇ ਸਿੱਧੂ ਸਾਹਿਬ, ਇਹਨਾਂ ਦਾ ਕਹਿਣਾ ਇਹ ਹੈ ਕਿ ਬੀਜੇਪੀ ਦੇ ਸੈਂਟੀਮੈਂਟ ਨਹੀਂ, ਕੋਈ ਰੋਸ ਨਹੀਂ। ਸੋ ਆ ਮੈਂ ਇਹਨਾਂ ਨੂੰ ਖਬਰ ਵੀ ਦਿਖਾ ਦਿੰਦਾ, ਆ ਟ੍ਰਿਬਿਊਨ ਦੇ ਵਿੱਚ ਆਈ ਸੀਗੀ, ਇੱਥੇ ਦੇਖ ਵੀ ਲਓ ਤੇ ਪੜ੍ਹ ਵੀ ਲਓ। ਇਹਦੇ ਵਿੱਚ ਖੁੱਲੇਆਮ ਕਿਹਾ ਹੋਇਆ, ਵੈਟਰਨਸ ਇਗਨੋਰਡ ਸੇਜ਼ ਸੁਖਮਿੰਦਰ ਗਰੇਵਾਲ। ਦੂਜਾ, ਜਿਹੜੇ ਬਲਬੀਰ ਜੀ ਨੇ, ਬਲਬੀਰ ਜੀ ਦੀ ਆ ਵੀ ਦੇਖੋ ਜ਼ਰਾ, ਬਲਬੀਰ ਸਿੱਧੂ ਜੀ ਨੇ ਇਹ ਗੱਲ ਕਹੀ ਹੈ ਇੱਥੇ ਵੀ ਇਹ ਹੈ ਜਨਵਰੀ 4 ਦੀ ਖਬਰ 2022। ਬਲਬੀਰ ਸਿੱਧੂ ਨੇ ਡਿਨਾਈ ਕੀਤਾ ਵੀ ਮੈਂ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਨਹੀਂ ਕੀਤੀ, ਲਾਇਲ ਸੋਲਜਰ ਹੈ ਮੈਂ ਕਾਂਗਰਸ ਪਾਰਟੀ ਦਾ। ਫਿਰ ਉਹ ਤੋਂ ਬਾਅਦ ਇੱਕ ਹੋਰ ਫੋਟੋ ਆਉਂਦੀ ਹੈ, ਉਹ ਚ ਕਹਿੰਦੇ ਆ ਵੀ ਮੈਂ ਲਾਇਲ ਸੋਲਜਰ ਹੈ ਬੀਜੇਪੀ ਦਾ, ਸੋ ਮੈਨੂੰ ਜੇ ਨਹੀਂ ਵੀ ਅਹੁਦਾ ਮਿਲਿਆ ਤੇ ਕੋਈ ਚੱਕਰ ਨਹੀਂ ਹੈ। ਸੋ ਲਾਇਲਟੀ ਅੱਜ ਕੱਲ ਬੜਾ ਇੱਕ ਮੈਨੂੰ ਲੱਗਦਾ ਈਜ਼ੀ ਸ਼ਬਦ ਬਣ ਗਿਆ, ਬੜਾ ਲਾਈਟ ਸ਼ਬਦ ਬਣ ਗਿਆ। ਕਿਉਂਕਿ ਦੇਖੋ, ਲਾਇਲਟੀ ਲੋਕਾਂ ਨਾਲ ਹੋਣੀ ਚਾਹੀਦੀ ਹੈ, ਲੋਕਾਂ ਦੇ ਦਰਦ ਨਾਲ ਹੋਣੀ ਚਾਹੀਦੀ ਹੈ। ਲੋਕਾਂ ਨੇ ਸੰਤਾਪ ਹਟਾਇਆ, ਕਿਸਾਨਾਂ ਨੇ ਸੰਤਾਪ ਹਟਾਇਆ, ਉਹ ਸਾਲ ਕਿਵੇਂ ਭੁੱਲ ਜੇ ਕਿਸਾਨ। ਤੇ ਅੱਜ ਮੈਨੂੰ ਇਹ ਗੱਲ ਦੱਸ ਦਿਓ, ਕ੍ਰਿਸ਼ੀ ਕਾਨੂੰਨ ਦੇ ਉਲਟ ਹੋਣ ਵਾਲੇ ਹੁਣ ਭਾਰਤੀ ਜਨਤਾ ਪਾਰਟੀ ਕੀ ਕਰਦਾ, ਸਟੈਂਡ ਬਦਲੂਗੀ ਇਹਨਾਂ ਕਰਕੇ, ਕੈਪਟਨ ਸਾਹਿਬ ਕਰਕੇ, ਜਿਹੜੇ ਛੇੜਮਾਨ ਨੇ, ਜਿਹਨੂੰ ਜਿਹੜੇ ਵਾਅਦੇ ਕਰਕੇ ਕਿਸਾਨਾਂ ਨੂੰ ਘਰੇ ਤੋਰਿਆ, ਕੈਪਟਨ ਸਾਹਿਬ ਆ ਗਏ, ਜਾਖੜ ਸਾਹਿਬ ਆ ਗਏ, ਹੋਰ ਜਿਹੜੇ 3-4 ਲੀਡਰਸ ਆਏ ਨੇ, ਉਹਨਾਂ ਕਰਕੇ ਆਪਣਾ ਸਟੈਂਡ ਬਦਲ ਲਓਗੇ, ਡਿਮਾਂਡਸ ਪੂਰੀਆਂ ਕਰ ਦੋਗੇ, MSPS ਲੀਗਲ ਗਾਰੰਟੀ ਦੇ ਦੋਗੇ, ਮੁਆਵਜ਼ਾ ਦੇ ਦੋਗੇ, ਜੌਬ ਦੇ ਦੋਗੇ, ਫਾਲਸ ਕੇਸਿਸ ਵਾਪਸ ਲੈ ਲਓਗੇ। ਖੜਿਆਲ ਜੀ ਆ ਗਈ ਗੱਲ, ਖੜਿਆਲ ਜੀ ਆ ਗਈ ਗੱਲ ਤੁਹਾਡੀ। ਜੀ ਸ੍ਰੀਨ ਸਾਹਿਬ ਕੈਪਟਨ ਸਾਹਿਬ ਜਾਂ ਜਾਖੜ ਸਾਹਿਬ, ਅਸੀਂ ਕਿਸਾਨਾਂ ਨੂੰ ਕੀ ਦਿਆਂਗੇ? ਤੁਸੀਂ 5 ਸਾਲ ਅਸੀਂ ਕਿਸਾਨਾਂ ਦੇ ਕਾਨੂੰਨ ਉਹਨਾਂ ਦੀ ਹਿੱਤ ਲਈ ਲਿਆਂਦੇ ਸੀ, ਜੇ ਕਿਤੇ ਕਮੀ ਰਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲਏ। ਤੁਸੀਂ ਕਿਸਾਨਾਂ ਦੀ ਸਰਕਾਰ 'ਚ ਰਹੇ, ਕੈਪਟਨ ਸਾਹਿਬ ਸੀਗੇ, ਜੇ ਜਾਂ ਤਾਂ ਕੈਪਟਨ ਦੇ ਵਾਅਦੇ ਸੀ ਜਾਂ ਕਾਂਗਰਸ ਦੇ ਵਾਅਦੇ ਸੀਗੇ ਕਿਸਾਨਾਂ ਦੇ ਪੂਰੇ ਕਰਜ਼ੇ ਮਾਫ ਕਰਾਂਗੇ। ਇਸ ਚੀਜ਼ ਤੋਂ ਤੁਸੀਂ ਭੱਜ ਨਹੀਂ ਸਕਦੇ, ਉਹ ਕਾਂਗਰਸ ਦੇ ਵਾਅਦੇ ਸੀ। ਕਾਂਗਰਸ ਦੇ ਰਾਜ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਸੀ ਆਤਮ ਹੱਤਿਆ ਕਰਦੇ ਰਹੇ, ਤੇ ਤੁਸੀਂ ਉਹਦੇ ਵਿੱਚ ਕਿੱਦਾਂ ਕਹੋਗੇ? ਤੁਸੀਂ ਇਸ ਚੀਜ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਮਤਲਬ ਤੁਹਾਡੇ ਕੋਲ ਅੱਜ ਸ਼ਬਦ ਨਹੀਂ ਹੈ।
ਤੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੀ ਫਰੰਟ ਤੇ ਨਹੀਂ ਘੇਰ ਸਕਦੇ। ਸ੍ਰੀ ਜੀ ਆ ਗਈ ਗੱਲ। ਖੜਿਆ ਜੀ ਮਾਨਾ ਤੁਹਾਡੇ ਵੱਲ ਤਾਰਨੀ ਸਾਹਿਬ, ਖੜਿਆ ਜੀ ਮੈਂ ਮਾਫੀ ਚਾਹੁੰਦਾ। ਇੱਕ ਲਾਈਨ ਹੈ ਬਸ। Okay. ਇਹ ਇਹਨਾਂ ਨੇ ਆਪ ਹੀ ਮੰਨ ਲਿਆ, ਕਹਿੰਦੇ ਕੈਪਟਨ ਸਾਹਿਬ ਨੇ ਕਿਸਾਨਾਂ ਨੂੰ ਵਾਅਦਾ ਕਰਕੇ ਵਾਅਦਾ ਪੂਰਾ ਨਹੀਂ ਕੀਤਾ, ਫਿਰ ਉਹਨਾਂ ਨੂੰ ਪਾਰਟੀ ਸ਼ਾਮਲ ਕਿਉਂ ਕੀਤਾ? ਉਹਨਾਂ ਨੂੰ ਅਹੁਦਾ ਕਿਉਂ ਦਿੱਤਾ? ਆਪਾਂ ਜਵਾਬ ਲੈਣੇ ਸਰ, ਆਪਾਂ ਜਵਾਬ ਲੈਣੇ ਆ। ਧਾਰਨੀ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰੇ। ਧਾਰਨੀ ਸਾਹਿਬ ਇਸੇ ਮੁੱਦੇ ਤੇ ਦੇਖੋ ਅਕਾਲੀ ਦਲ ਦੇ ਅੰਦਰੋਂ ਵੀ ਜਿਹੜਾ ਹੈਗਾ ਕਈ ਕੱਦਾਵਰ ਨੇਤਾ ਜਿਹੜੇ ਹੈਗੇ ਆ ਭਾਜਪਾ 'ਚ ਗਏ ਹੈ। ਭਾਜਪਾ ਨੇ ਹੁਣ ਜਿਹੜੇ ਨਵੇਂ ਚਿਹਰੇ ਲਿਆਂਦੇ ਹੈ, ਪੰਜਾਬ ਦੀ ਰਾਜਨੀਤੀ 'ਚ ਕਿਵੇਂ ਦੇਖਦੇ ਹੋ ਇਸ ਉਥਲ ਪਥਲ ਨੂੰ? ਦੇਖੋ ਸਿੱਧੂ ਸਾਹਿਬ, ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਸੀ ਸਰਦਾਰ ਅਮਰਿੰਦਰ ਸਿੰਘ ਜੀ, ਜਿਸ ਹਿਸਾਬ ਦੇ ਨਾਲ ਕਾਂਗਰਸ ਨੂੰ ਡੋਬਿਆ ਬੁਰੇ ਤਰੀਕੇ ਦੇ ਨਾਲ, ਉਸ ਤੋਂ ਲੱਗਦਾ ਇਹ ਹੈਗਾ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਉਹ ਜਿੱਧਰ ਜਾਂਦਾ ਉਹ ਸਾਰਿਆਂ ਨੂੰ ਡੁੱਬ ਲੈਂਦਾ। ਔਰ ਦੂਜੀ ਗੱਲ ਦੇਖੋ, ਇਹਨਾਂ ਦੀ ਆਪਣਾ ਇੰਟਰਨਲ ਮਾਮਲਾ ਹੈਗਾ, ਕਿਸੇ ਨੂੰ ਬਣਾਉਣ ਕਿਸੇ ਨੂੰ ਨਾ ਬਣਾਉਣ, ਇਹ ਤਾਂ ਹੁਣ ਪ੍ਰਚਲਣੇ ਬਣ ਗਿਆ। ਬੀਜੇਪੀ ਆਪਣਾ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੀ ਵਾਰ ਜਿਸ ਤਰ੍ਹਾਂ ਚਾਹੇ ਬੀਜੇਪੀ ਚੋਂ ਕੰਗ ਸਾਹਿਬ ਲਏ, ਚਾਹੇ ਇਹਦੇ ਵਿੱਚੋਂ ਲਏ, ਕਾਂਗਰਸ ਦੇ ਵਿੱਚੋਂ ਲਏ ਜਾਂ ਹੋਰ ਪਾਰਟੀਆਂ ਦੇ ਵਿੱਚੋਂ ਲਏ, ਔਰ ਉਹਨਾਂ ਨੂੰ ਟਿਕਟਾਂ ਨਾਲ ਵੀ ਨਵਾਜਿਆ। ਪਰ ਨਾ ਅੱਜ ਇੱਕ ਨਮੋਸ਼ੀ ਜੀ ਜ਼ਰੂਰ ਆਉਂਦੀ ਹੈਗੀ ਆ ਕਿ ਜਿਹੜੀ ਬੀਜੇਪੀ ਹੈ ਨਾ, ਇਹਦਾ ਬੇਸ ਜਿਹੜਾ ਹੈਗਾ ਉਹ ਆਰਐਸਐਸ ਹੈਗਾ। ਜਿਹੜੀ ਆਰਐਸਐਸ ਹੈਗੀ ਆ ਤਾਂ ਉਹਦੀ ਇੱਕ ਆਈਡੀਓਲੋਜੀ ਹੈਗੀ ਆ। ਆਈਡੀਓਲੋਜੀ ਦੇ ਮੁਤਾਬਕ ਜੇ ਸਰੀਨ ਸਾਹਿਬ ਬੈਠੇ ਆ, ਮੇਰੀ ਗੱਲ ਦਾ ਜਵਾਬ ਦੇ ਦੇਣ ਮੈਂ ਜੇ ਝੂਠ ਬੋਲਾਂ। ਦੇਖੋ ਜਿਹੜੀ ਆਰਐਸਐਸ ਹੈਗੀ ਹੈ, ਇਹਦਾ ਜਿਹੜਾ ਦਫ਼ਤਰ ਹੈਗਾ ਉਹ ਨਾਗਪੁਰ ਦੇ ਵਿੱਚ ਹੈ। ਜਿਹੜੇ ਵੀ ਆਰਐਸਐਸ ਦੇ ਕਾਰਿਆਕਰਤਾ ਹੈਗੇ ਆ, ਉਹਦੇ ਵਿੱਚ ਸੇਵਾ ਲੈਂਦੇ ਹੈਗੇ ਆ, ਉਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਸੇਵਾ ਕਰਨ ਤੋਂ ਬਾਅਦ ਉਹਨਾਂ ਨੇ ਆਰਐਸਐਸ ਦੇ ਵਿੱਚ ਰਹਿਣਾ ਹੈ ਜਾਂ ਉਹਨਾਂ ਦੇ ਪੋਲੀਟੀਕਲ ਵਿੰਗ ਬੀਜੇਪੀ ਦੇ ਵਿੱਚ ਜਾਣਾ ਹੈਗਾ। ਉਹਨਾਂ ਨੂੰ ਪੂਰਾ ਟ੍ਰੇਨਡ ਕਰਕੇ ਉਹਨਾਂ ਦੀ ਬਕਾਇਦਾ ਸਕੂਲਿੰਗ ਹੁੰਦੀ ਹੈਗੀ ਆ। ਉਹ ਸਕੂਲਿੰਗ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਪੋਲੀਟੀਕਲ ਪਾਰਟੀ ਦੇ ਵਿੱਚ ਭੇਜਿਆ ਜਾਂਦਾ ਹੈਗਾ। ਔਰ ਅੱਜ ਤੱਕ ਇਹਨਾਂ ਦਾ ਬੜਾ ਕਮਾਲ ਦਾ ਇਹ ਸੀ ਕਿ ਇਹਨਾਂ ਦਾ ਜਿਹੜਾ ਸਟਰਕਚਰ ਸੀ ਉਸ ਦੇ ਵਿੱਚ ਵੀ ਆਰਐਸਐਸ ਦਾ ਬਹੁਤ ਵੱਡੀ ਅਹਿਮ ਭੂਮਿਕਾ ਸੀ, ਬਹੁਤ ਵੱਡਾ ਰੋਲ ਸੀ। ਹੁਣ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜਾਂ ਤਾਂ ਗ੍ਰਿਪ ਘਟ ਗਈ ਆਰਐਸਐਸ ਦੀ, ਔਰ ਪਾਠ ਪੜ੍ਹਾ ਕੇ ਜਿਨ੍ਹਾਂ ਨੂੰ ਸਾਰਾ ਕੁਝ ਕਰਕੇ ਇਹ ਪੰਜਾਬ ਦੇ ਵਿੱਚ ਭੇਜਦੇ ਸੀ ਜਾਂ ਹੋਰ ਸੂਬਿਆਂ ਦੇ ਵਿੱਚ ਭੇਜਦੇ ਸੀ, ਪੋਲੀਟੀਕਲ ਵਿੰਗਾਂ ਦੇ ਵਿੱਚ ਭੇਜਦੇ ਸੀ, ਜਾਂ ਤਾਂ ਹੁਣ ਇਹ ਹੈਗਾ ਕਿ ਇਹਨਾਂ ਨੂੰ ਲੋੜ ਨਹੀਂ ਹੈਗੀ। ਇਹਨਾਂ ਦਾ ਕੇਵਲ ਔਰ ਕੇਵਲ ਮਕਸਦ ਜਿਹੜਾ ਹੈਗਾ ਆਰਐਸਐਸ ਦੀ ਆਈਡੀਓਲੋਜੀ ਨਹੀਂ, ਅੱਜ ਸੀਟਾਂ ਜਿੱਤਣ ਦੀ ਆਈਡੀਓਲੋਜੀ ਇਹਨਾਂ ਦੀ ਕਿਤੇ ਨਾ ਕਿਤੇ ਬਣ ਕੇ ਰਹੇਗੀ। ਇਸੇ ਕਰਕੇ ਔਰ ਦੂਸਰੀ ਗੱਲ, ਬੀਜੇਪੀ ਜਿਹੜੀ ਹੈਗੀ ਆ ਇੱਕ ਉਹ ਅਪਰਚੂਨਿਸਟ ਪਾਰਟੀ ਹੈਗੀ ਹੈ ਜਿਹੜੀ ਨੇ ਆਪਣਾ ਰਸਤਾ ਬਣਾਉਣ ਲਈ ਹਰੇਕ ਨੂੰ ਰੌਂਦਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਜੇ ਤੁਸੀਂ ਇਹ ਸੋਚੋ ਇਹ ਜਿਹੜੇ ਲੀਡਰਾਂ ਨੂੰ ਇਹਨਾਂ ਨੂੰ ਅਹੁਦੇ ਦਿੱਤੇ ਆ, ਉਹਦੇ ਦੇ ਨਾਲ ਕਿਹੜਾ ਇਹਨਾਂ ਨੂੰ ਜ਼ਗੀਰਦਾਰੀਆਂ ਦੇਤੀਆਂ, ਉਹਦਾ ਹੀ ਦਿੱਤਾ ਹੈ, ਨਾ ਤਾਂ ਕੋਈ ਤਨਖਾਹ ਦੇਣੀ ਹੈਗੀ ਹੈ, ਲੰਬੜਦਾਰੀਆਂ ਸੁੱਕੀਆਂ ਦੇਤੀਆਂ। 2024 ਦੀ ਇਲੈਕਸ਼ਨ ਤੋਂ ਬਾਅਦ ਇਹਨਾਂ ਨੂੰ ਹੌਲੀ ਸਾਰਿਆਂ ਨੂੰ ਸਾਫ਼ ਕਰ ਦੇਣਗੇ। ਆਈਡੀਓਲੋਜੀ ਆਰਐਸਐਸ ਦੀ ਹੀ। ਤਾਨੀ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ। ਇੱਕ ਸਵਾਲ ਦੇਖੋ, ਆਪਾਂ ਮੌਕਾ ਪ੍ਰਸਤੀ ਦੀ ਗੱਲ ਕਰਦੇ ਹਾਂ ਕਿ ਭਾਜਪਾ ਮੌਕਾ ਪ੍ਰਸਤੀ ਕਰਦੀ ਹੈ ਤਾਂ ਆਗੋਂ ਲੈਂਦੀ ਹੈ ਤੇ ਫਿਰ ਮੌਕੇ ਮੁਤਾਬਕ ਪਿੱਛੇ ਧੱਕ ਦਿੰਦੀ ਹੈ। ਲੰਬਾ ਸਮਾਂ ਅਕਾਲੀ ਦਲ ਤੇ ਭਾਜਪਾ ਦਾ ਵੀ ਤਾਂ ਸਹਿਯੋਗ ਰਿਹਾ, ਗੱਠਜੋੜ ਰਿਹਾ। ਉਹ ਮੌਕਾ ਪ੍ਰਸਤੀ ਫਿਰ ਉਸ ਦੌਰ 'ਚ ਵੀ ਸੀ ਜਾਂ ਹੁਣ ਟੁੱਟਣ ਤੋਂ ਬਾਅਦ ਇਹ ਮੌਕਾ ਪ੍ਰਸਤੀ ਝਲਕਦੀ ਨਜ਼ਰ ਆ ਰਹੀ ਹੈ? ਇਹ ਹੈਗਾ ਜੀ ਕਿ ਪੰਜਾਬ ਦੇ ਵਿੱਚ ਜੇ ਸਾਡੀ ਕੋਈ ਇਹਨਾਂ ਦੇ ਨਾਲ ਗੱਠਜੋੜ ਸੀ ਜੀ, ਇੱਕ ਸਰਟਨ ਜਿਹੜਾ ਹੈਗਾ ਉਹਦੇ ਨਾਲ ਸੀ ਕਿ ਆਰਐਸਐਸ ਜਿਹੜੀ ਬੀਜੇਪੀ ਆ ਉਹ ਆਪਣਾ ਪੋਲੀਟੀਕਲ ਵਿੰਗ ਰੱਖੇ, ਸਾਡਾ ਆਪਣਾ ਪੋਲੀਟੀਕਲ ਵਿੰਗ ਨਹੀਂ। ਪਰ ਪਿਛਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਸੀ, ਜਿਸ ਹਿਸਾਬ ਨਾਲ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਿਸਾਨੀ ਬਿੱਲ ਲਿਆਂਦੇ ਜਿਹਦੇ ਨਾਲ ਕਿਸਾਨੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ, ਉਸ ਦੇ ਮੁਤਾਬਕ ਲੋਕਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਨਾਤਾ ਤੋੜਤਾ। ਔਰ ਨਾਤਾ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀ ਥਾਂ ਤੇ ਹੈਗਾ ਔਰ ਬੀਜੇਪੀ ਆਪਣੀ ਥਾਂ ਤੇ ਹੈਗੀ ਹੈ। ਆਪਾਂ ਜਵਾਬ ਲੈ ਲਈਏ, ਅਸੀਂ ਆਪਣੀ ਇਲੈਕਸ਼ਨ ਲੜਾਂਗੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ, ਮੇਰੀ ਗੱਲ ਦਾ ਜਵਾਬ ਜ਼ਰੂਰ ਦੇ ਦੇਣ ਕਿ
ਆਰਐਸਐਸ ਕਿਸ ਤਰ੍ਹਾਂ ਜਿਹੜਾ ਹੈਗਾ ਆਪਣੇ ਵਰਕਰਾਂ ਨੂੰ ਜਿਹੜੇ ਉਹਨਾਂ ਦੇ ਅਲੱਗ-ਅਲੱਗ ਵਿੰਗਾਂ ਦੇ ਵਿੱਚ ਕਿਵੇਂ ਭੇਜਦੀ ਹੈਗੀ ਆ, ਕਿ ਇਹ ਸਾਰਿਆਂ ਨੂੰ ਇਹਨਾਂ ਨੇ ਉਹ ਜਿਹੜੇ ਇਹਨਾਂ ਦੇ ਸ਼ਾਖਾ ਲੱਗਦੀਆਂ ਹੁੰਦੀਆਂ ਕਿ ਉਹ ਲਵਾ ਲੀਆਂ ਜਾਂ ਐਵੇਂ ਬੋਲਦਾ ਨਹੀਂ ਤਾਜ਼ੇ ਲਾਏ ਹੈਗੇ ਆ ਆਪਾਂ ਜਵਾਬ ਲੈ ਲਈਏ। ਬਿਲਕੁਲ ਬਿਲकुल ਫਿਰ ਦੇਣਗੇ ਜੀ, ਜਵਾਬ ਲੈ ਲਈਏ। ਸ੍ਰੀ ਸਾਹਿਬ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ हैं, ਧਾਰਨੀ ਸਾਹਿਬ ਦਾ ਕਹਿਣਾ ਕਿ ਮੌਕਾ ਪ੍ਰਸਤ ਪਾਰਟੀ ਹੈ ਭਾਜਪਾ ਇਸਤੇਮਾਲ ਕਰਦੀ ਹੈ, ਆਪ ਨੂੰ ਫਿਰ ਛੱਡ ਦਿੰਦੀ ਹੈ। ਜਗਤਾਰ ਜੀ, ਪਹਿਲਾਂ ਤਾਂ ਮੈਂ ਧਾਰਨੀ ਸਾਹਿਬ ਬਹੁਤ ਸੀਨੀਅਰ ਹੈ, ਮੈਂ ਗੁਸਤਾਖੀ ਲਈ ਮਾਫੀ ਚਾਹਣਾ ਹੈ। ਧਾਰਨੀ ਸਾਹਿਬ ਦਾ ਗੁੱਸਾ ਜਾਂ ਇਹਨਾਂ ਦਾ ਖਰਚਾ ਬਿਲਕੁਲ ਸਹੀ ਹੈ। ਇਹ ਇੰਨੇ ਸਮਝਦਾਰ ਸੀ, ਜੇ ਇਹਨਾਂ ਨੇ ਇੰਨੀ ਚਿੰਤਾ ਆਰਐਸਐਸ ਦੀ ਬਜਾਏ ਅਕਾਲੀ ਦਲ ਦੀ ਕੀਤੀ ਹੁੰਦੀ ਨਾ, ਤੇ ਅੱਜ 3 ਸੀਟਾਂ ਤੇ ਨਾ ਅਕਾਲੀ ਦਲ ਰਹਿ ਜਾਂਦੀ। ਅੱਜ ਅਕਾਲੀ ਦਲ ਆਪਣੀ ਮੂਲ ਮੰਤਰ ਤੋਂ ਦੂਰ ਨਾ ਜਾਂਦੀ, ਆਪਣੇ ਜਿਹੜੇ ਮੇਨ ਕਮਿਊਨਿਟੀ ਦੀ ਨੁਮਾਇੰਦਗੀ ਜਿਹੜੀ ਇਹ ਕਹਿੰਦੇ ਆ ਉਹ ਨਾ ਇਹਨਾਂ ਨੂੰ ਨਕਾਰਦੇ। ਔਰ ਇਹ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਚਿੰਤਾ ਕਰਨ ਦੀ ਬਜਾਏ ਜੇ ਅਕਾਲੀ ਦਲ ਆਤਮ ਮੰਥਨ ਕਰਦੀ ਨਾ, ਤੇ ਅੱਜ ਅਕਾਲੀ ਦਲ ਦੇ ਇਹ ਹਾਲਾਤ ਨਾ ਹੁੰਦੇ। ਦੇਖੋ ਬੀਜੇਪੀ ਆਰਐਸਐਸ, ਦੇਖੋ ਆਰਐਸਐਸ ਆਪਣਾ ਇੱਕ ਨੈਸ਼ਨਲਿਸਟ ਆਪਣਾ ਆਰਗੇਨਾਈਜੇਸ਼ਨ ਹੈ, ਉਹਨਾਂ ਦਾ ਸਿੱਧੇ ਤੌਰ ਤੇ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਪਾਂ ਜਵਾਬ ਲੈ ਲਈਏ ਸਿੰਘ ਸਾਹਿਬ। ਬਿਲਕੁਲ ਜਿਹੜਾ ਉਹਦੇ ਵਿੱਚ ਸੰਧੂ ਸਾਹਿਬ, ਉਹਦੇ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਕਿ ਇਹ ਬੀਜੇਪੀ ਵਾਲਾ ਹੈ, ਕਾਂਗਰਸ ਵਾਲਾ ਹੈ, ਅਕਾਲੀ ਦਲ ਵਾਲਾ ਹੈ, ਆਮ ਆਦਮੀ ਪਾਰਟੀ ਵਾਲਾ ਹੈ, ਉੱਥੇ ਕੋਈ ਵੀ ਆ ਸਕਦਾ ਹੈ। ਔਰ ਆਰਐਸਐਸ ਦੇ ਪ੍ਰੋਗਰਾਮਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੇਤਾ ਜਾਂਦੇ ਆ, ਉਹਨਾਂ ਨੂੰ ਉਹਨਾਂ ਲਈ ਦੇਸ਼ ਪ੍ਰਥਮ ਹੈ, ਭਾਰਤੀ ਜਨਤਾ ਪਾਰਟੀ ਪ੍ਰਥਮ ਨਹੀਂ ਹੈ। ਉਹ ਆਪਣੀ ਆਈਡੀਓਲੋਜੀ ਹੈ, ਆਈਡੀਓਲੋਜੀ ਚੰਗੀ ਲੱਗਦੀ ਹੈ ਉਧਰ ਜਾਂਦਾ। ਤੁਹਾਡਾ ਵਿਊ ਪੁਆਇੰਟ ਆ ਗਿਆ। ਧਾਰਨੀ ਸਾਹਿਬ, ਮੈਂ ਆਉਣਾ, ਆਪਣੀ ਟੈਕਨੀਕਲ ਮਜ਼ਬੂਰੀ ਹੈ ਬ੍ਰੇਕ ਲੈਣ ਦੀ, ਹੁਣ ਲੈਣੇ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਦੇ ਸੀ ਵੱਡੇ ਤੇ ਭਖਵੇਂ ਮੁੱਦੇ ਤੇ ਆ ਰਹੇ ਹਾਂ। ਭਾਜਪਾ ਨਵੇਂ ਚਿਹਰਿਆਂ ਦੇ ਨਾਲ ਪੰਜਾਬ 'ਚ ਕਿਹੋ ਜਿਹਾ ਦਬਦਾ ਹੈ, ਬਹੁਤ ਸਾਰੇ ਸਵਾਲ ਹੈ, ਲਵਾਂਗੇ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਕਵਰ ਸਵਾਗਤ ਹੈ। ਆਪਣੇ ਨਾਲ ਵੱਖ-ਵੱਖ ਰਾਜਸੀ ਤਰ੍ਹਾਂ ਦੇ ਸਪੋਕਸਪਰਸਨ, ਮੁੱਦਾ ਇੱਕੋ ਹੀ ਹੈ, ਭਾਜਪਾ ਨੇ ਜਿਹੜੀ ਰਣਨੀਤੀ ਪੰਜਾਬ ਬਾਰੇ ਬਦਲੀ ਹੈ ਕਿਹੋ ਜਿਹੀ ਕਾਰਗਰ ਹੈ, ਬਹੁਤ ਸਾਰੇ ਸਵਾਲ ਹੈ। ਇਸ ਮੁੱਦੇ ਦੇ ਆਪਾਂ ਮਹਿਮਾਨਾਂ ਤੋਂ ਲੈਣੇ ਆ ਸਵਾਲ। ਜਿਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਸੀ ਧਾਰਨੀ ਸਾਹਿਬ, ਭਾਜਪਾ ਵੱਲੋਂ ਕਿਹਾ ਜਾ ਰਿਹਾ ਕਿ ਜੇ ਇੰਨੀ ਚਿੰਤਾ ਕਿਤੇ ਪਹਿਲਾਂ ਅਕਾਲੀ ਦਲ ਨੇ ਕੀਤੀ ਹੁੰਦੀ ਤਾਂ ਅਕਾਲੀ ਦਲ ਇਸ ਕਦਰ ਹਾਸ਼ੀਏ ਤੇ ਨਾ ਜਾਂਦਾ। ਜੀ ਧਾਰਨੀ ਜੀ। ਦੇਖੋ ਸਵਾਲ ਇਹ ਹੈਗਾ ਸਿੱਧੂ ਸਾਹਿਬ, ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂਗਾ। ਇਹ ਆਪਣਾ 1947 ਤੋਂ ਬਾਅਦ ਦੀਆਂ ਜਿਹੜੀਆਂ ਨੈਸ਼ਨਲ ਲੈਵਲ ਤੇ ਇਹਨਾਂ ਦੀਆਂ ਸੀਟਾਂ ਨਿਕਲਦੀਆਂ ਰਹੀਆਂ ਨਾ, ਉਹਨਾਂ ਦੀ ਗਿਣਤੀ ਕਰਕੇ ਦੇਖ ਲੈਣ। ਜੇ ਉਹ ਕਦੇ ਆਈਆਂ ਵੀ ਆ ਤਾਂ ਉਹ ਅਕਾਲੀ ਦਲ ਕਰਕੇ ਹੀ ਆਉਂਦੀਆਂ ਰਹੀਆਂ ਹੈਗੀਆਂ। ਜੇ ਇਹਨਾਂ ਦਾ ਕਿਸੇ ਨੇ ਹੱਥ ਫੜਿਆ ਤਾਂ ਅਕਾਲੀ ਦਲ ਨਹੀਂ ਫੜਿਆ। ਪਰ ਮੈਂ ਨਾ ਦੇਖੋ, ਇਹ ਸਰੀਨ ਸਾਹਿਬ ਬੜੇ ਸਿਆਣੇ ਹੈਗੇ ਆ, ਔਰ ਦੇਖੋ ਇਹ ਗੱਲ ਨੂੰ ਟਾਲਾ ਨਾ ਬੱਟਣ, ਮੈਨੂੰ ਸਿੰਪਲ ਦੱਸ ਦੇਣ ਕਿ ਆਰਐਸਐਸ ਦੀ ਜਿਹੜਾ ਹੈਗਾ, ਜਿਹੜੇ ਲੋਕ ਉਹਦੇ ਪੇਪਰ ਪਾਸ ਕਰਦੇ ਹੈਗੇ ਆ, ਇਹ ਮੇਰਾ ਖਿਆਲ ਈਅਰਲੀ ਇਹਨਾਂ ਦੇ ਪੇਪਰ ਹੁੰਦੇ ਆ ਜਿਹੜੇ, ਉਹਨਾਂ ਤੋਂ ਬਾਅਦ ਕੀ ਇਹਨਾਂ ਦੇ ਬੰਦੇ ਜਿਹੜੇ ਹੈਗੇ ਆ ਉਹ ਪੋਲੀਟੀਕਲ ਵਿੰਗਾਂ 'ਚ, ਨਾਨ ਪੋਲੀਟੀਕਲ ਵਿੰਗਾਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਆਰਐਸਐਸ ਵੱਲ, ਬੀਜੇਪੀ ਵੱਲ ਜਾਂ ਹੋਰ ਜਿਹੜੀ ਹੈਗੀ ਆ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਪ੍ਰਚਾਰਕ ਤੌਰ ਤੇ ਜਾਂਦੇ ਹੈਗੇ ਆ, ਕੀ ਉਹ ਸਹੀ ਹੈਗੀ ਆ ਜਾਂ ਨਹੀਂ। ਆਪਾਂ ਜਵਾਬ ਲੈ ਲੈਣੇ ਧਾਰਨੀ ਸਾਹਿਬ। ਜਿਹੜੇ ਹੁਣ ਬੀਜੇਪੀ ਦੇ ਵਿੱਚ ਲਿਆਂਦੇ ਹੈਗੇ ਆ, ਇਹਦਾ ਮਤਲਬ ਇਹ ਕਲੀਅਰ ਕਰ ਦੇਣਾ ਕਿ ਇਹਨਾਂ ਦਾ ਜਾਂ ਹੁਣ ਬੀਜੇਪੀ ਦਾ ਆਰਐਸਐਸ ਦੇ ਨਾਲ ਕੋਈ ਨਾਤਾ ਨਹੀਂ, ਉਹ ਸਾਰਾ ਕੁਝ ਖਤਮ ਹੋ ਗਿਆ। ਆਪਾਂ ਸਵਾਲ ਲੈਣੇ ਆ ਸਿੰਘ ਸਾਹਿਬ, ਸਿੱਧਾ ਜਿਹਾ ਸਵਾਲ ਹੈ। ਧਾਰਨੀ ਸਾਹਿਬ ਪੁੱਛ ਰਹੇ ਆ, ਚਾਹੇ ਸੁਨੀਲ ਜਾਖੜ ਹੈ, ਕੈਪਟਨ ਅਮਰਿੰਦਰ ਹੈ, ਉਹ ਕਹਿੰਦੇ ਵੀ ਆਰਐਸਐਸ ਦਾ ਜਿਹੜਾ ਪਰਚੇ ਦਾ ਇਮਤਿਹਾਨ ਆ ਉਹ ਪਾਸ ਕਰਿਆ ਇਹਨਾਂ ਆਗੂਆਂ ਨੇ ਜਾਂ ਬਗੈਰ ਪਰਚੇ ਦੇ। ਪੰਜਾਬ 'ਚ ਬਗੈਰ ਪਰਚਿਆਂ ਦੇ ਵੀ ਬਹੁਤ ਕੁਝ ਹੁੰਦਾ, ਕਿਤੇ ਉਦਾਂ ਲਿਆ ਗਿਆ ਜਾਂ ਉਹ ਇਮਤਿਹਾਨ ਪਾਸ ਕਰਕੇ ਆਏ ਹੈ। ਜਗਤਾਰ ਜੀ, ਮੈਨੂੰ ਇੱਕ ਗੱਲ ਬਹੁਤ ਖੁਸ਼ੀ ਹੋਈ ਹੈ ਕਿ ਧਾਰਨੀ ਸਾਹਿਬ ਨੇ ਮਾਨਤਾ ਲਿਆ ਨਾ ਆਰਐਸਐਸ ਦੇ ਵੱਖ-ਵੱਖ ਵਿੰਗਾਂ 'ਚ ਵੀ ਭਾਵੇਂ ਬੰਦੇ ਜਾਂਦੇ ਸੇਵਾ ਕਰਨੀ ਹੈ, ਆਰਐਸਐਸ ਦੇ ਬੰਦੇ ਸੇਵਾ ਕਰਨੀ ਜਾਂਦੇ ਹੈ, ਠੀਕ ਹੈ। ਜਿੱਥੋਂ ਤੱਕ ਹੈ ਕੋਈ ਇਹ ਪੇਪਰਾਂ ਦੀ ਗੱਲ, ਇਹ ਜੀ ਕੋਈ ਵੀ ਇਦਾਂ ਦੀ ਫਾਰਮੈਲਿਟੀ ਨਹੀਂ ਹੈ। ਮੈਂ ਇਹ ਕਹਿਣਾ ਹੈ ਕਿ ਇੱਕ ਵਾਰ ਸਰ ਦੇਖੋ ਸਿੰਘ ਸਾਹਿਬ ਵਿੱਚੋਂ ਟੋਕਣ ਲੱਗਿਆ, ਦੇਖੋ ਜੋ ਧਾਰਨੀ ਸਾਹਿਬ ਕਹਿ ਰਹੇ ਆ ਨਾ, ਕਾਫੀ ਲੰਬਾ ਸਮਾਂ ਭਾਜਪਾ ਤੇ ਆਰਐਸ ਦੇ ਨਾਲ ਰਹੇ ਹੈ, ਥੋੜਾ ਬਹੁਤਾ ਤਾਂ ਪਤਾ ਹੋਊਗਾ ਜੇ ਉਹਨਾਂ ਨੇ ਪੇਪਰਾਂ ਦੀ ਗੱਲ ਕੀਤੀ ਹੈ, ਕੋਈ ਨਾ ਕੋਈ ਗੱਲ ਤਾਂ ਹੈ। ਮੈਂ ਕਿਹਾ ਪੇਪਰ ਦੀ ਕੋਈ ਗੱਲ ਹੀ ਨਹੀਂ ਹੁੰਦੀ। ਮੈਂ ਸੰਘ ਦਾ, ਸਾਡਾ ਕੋਈ ਇਹੋ ਜਿਹਾ ਕੁਝ ਨਹੀਂ ਹੈ। ਮੈਂ ਆਰਐਸਐਸ 'ਚ ਰਿਹਾ, ਆਰਐਸਐਸ ਦੀ ਵਿਚਾਰਧਾਰਾ ਨਾਲ ਜੁੜਿਆ, ਆਰਐਸਐਸ ਦਾ ਸਮਝੋ ਕਿ
ਇੱਕ ਵਾਰ ਇਹ ਜ਼ਰੂਰ ਇੱਕ ਵਾਰ ਮੇਰੇ ਨਾਲ ਚੱਲਣ, ਜਿੱਥੇ ਕਹਿਣਗੇ ਆਪਾਂ ਉੱਥੇ ਪਤਾ ਦੇਖਣ ਕਿਹੜਾ ਪੇਪਰ ਹੁੰਦਾ ਹੈ। ਕੋਈ ਪੇਪਰ ਨਹੀਂ, ਖੁੱਲੇ ਦੁਆਰ ਹੈ। ਜਿਹੜਾ ਮਰਜੀ ਕਾਂਗਰਸ, ਬੀਜੇਪੀ, ਅਕਾਲੀ ਦਲ, ਆਮ ਆਦਮੀ ਪਾਰਟੀ ਦਾ ਬੰਦਾ ਜਦੋਂ ਮਰਜੀ ਸਾਡੀ ਸ਼ਾਖਾ ਚ ਆ ਸਕਦਾ ਹੈ, ਸਾਡੀ ਸ਼ਾਖਾ ਚ ਸੁਣ ਸਕਦਾ ਹੈ। ਅਸੀਂ ਉੱਥੇ ਵਿਅਕਤੀ ਨਿਰਮਾਣ ਦਾ ਕੰਮ ਕਰਦੇ। ਬਿਲਕੁਲ ਬਿਲਕੁਲ, ਵਿਅਕਤੀ ਨਿਰਮਾਣ ਦਾ ਕੰਮ ਕਰਨ ਤੋਂ ਬਾਅਦ ਆਰਐਸਐਸ ਤੋਂ ਬਾਅਦ ਤੁਸੀਂ ਬੰਦੇ ਆਰਐਸਐਸ ਦੇ ਕਿੱਥੇ ਕਿੱਥੇ ਭੇਜਦੇ ਆ, ਦੱਸ ਦਿਓ। ਦੇਖੋ ਜੇ ਤੁਹਾਡੇ ਕੋਲ ਤੁਹਾਡੀ ਪਾਰਟੀ ਦੇ ਬੰਦੇ ਨਹੀਂ ਸਾਂਭੇ ਜਾਂਦੇ ਪਏ, ਇਸ ਕਰਕੇ ਤੁਸੀਂ ਹੁਣ ਇਸਾਂ ਚੀਜ਼ਾਂ ਤੇ ਨਾ ਹੋ ਭੇਜਦਾ, ਕੋਈ ਨਹੀਂ ਭੇਜਦਾ ਜੀ। ਸਰੀਰ ਸਾਹਿਬ ਇਹ ਜੀ ਕੋਈ ਪ੍ਰਥਾ ਹੀ ਨਹੀਂ ਹੈ। ਮੈਂ ਤੁਹਾਡੇ ਨਾਲ ਝੂਠ ਨਹੀਂ ਹੈ, ਸੱਚ ਹੈ। ਝੂਠ ਬੋਲਦੇ ਹੋ ਉਹ ਤਾਂ ਤੁਸੀਂ ਮੇਰੇ ਤੋਂ ਉਮਰ ਤੋਂ ਜ਼ਿਆਦਾ ਹੋ, ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋਵੋਗੇ, ਪਰ ਮੈਂ ਤੁਹਾਨੂੰ ਇਹ ਦੱਸ ਰਿਹਾ, ਮੈਂ ਵਿੱਚ ਆ। ਮੈਂ ਤਾਂ ਮੈਨੂੰ ਤਾਂ ਕੋਈ ਇਹੋ ਜਿਹਾ ਪੇਪਰ ਮੇਰੇ ਕੋਲੋਂ ਤਾਂ ਕੋਈ ਲਿੱਤਾ ਨਹੀਂ ਗਿਆ, ਮੇਰੇ ਕੋਲ ਤਾਂ ਕੋਈ ਇਹੋ ਜਿਹੀ ਫਾਰਮੈਲਿਟੀ ਭਰਵਾਈ ਨਹੀਂ ਗਈ। ਹੁਣ ਅਕਾਲੀ ਦਲ ਚ ਤੁਸੀਂ ਹੋ, ਤੁਹਾਡੀ ਕੋਈ ਹੁੰਦੀ ਹੋਏ ਤੇ ਸਾਨੂੰ ਪਤਾ ਨਹੀਂ। ਤੁਸੀਂ ਨਹੀਂ ਕਰੇ ਹੋਣੇ ਪਾਸ। ਚਲੋ ਦੋਨੋਂ ਮੁੱਦਿਆਂ ਤੇ ਆਪਾਂ ਕਿਸੇ ਅਗਲੀ ਡਿਬੇਟ 'ਚ ਪੇਪਰ ਬਾਰੇ ਫਿਰ ਪੈਂਡਿੰਗ ਰੱਖ ਲੈਣੇ, ਸਵਾਲ ਆਪਾਂ ਗੱਲ ਕਰ ਲੈਣੇ ਆ। ਸਿੱਧੂ ਸਾਹਿਬ ਇਹ ਉਸ ਗੱਲ ਤੇ ਨਹੀਂ ਆਉਂਦੇ ਹੈਗੇ। ਮੈਨੂੰ ਇਹ ਦੱਸ ਦੇਣ ਵੀ ਆਰਐਸਐਸ ਆਪਣੇ ਬੰਦਿਆਂ ਨੂੰ ਸ਼ਾਖਾ ਲਾਉਣ ਤੇ ਬਾਅਦ, ਟ੍ਰੇਡ ਕਰਨ ਤੇ ਬਾਅਦ ਕਿਹੜੀ ਥਾਂ ਤੇ ਭੇਜਦੀ ਹੈ। ਸਿੰਘ ਸਾਹਿਬ ਦੇਖੋ, ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ ਆ। ਧਾਰਨੀ ਸਾਹਿਬ ਕਾਫੀ ਇਹ ਦੱਸ ਦੇਣ ਕਿੱਥੇ ਭੇਜਦੇ ਆ। ਮੈਂ ਤੁਹਾਨੂੰ ਦੱਸਿਆ ਧਾਰਨੀ ਸਾਹਿਬ ਜਿਹੜੀ ਹੁਣ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰਦੇ ਪਏ ਨਾ ਤਾਂ ਰਾਜਨੀਤੀ ਚ ਰਹੀ, ਨਾ ਐਸਜੀਪੀਸੀ ਚ ਰਹੀ। ਇਹਨਾਂ ਨੂੰ ਹੁਣ ਗੁੱਸਾ ਉਹ ਇੱਥੇ ਕੱਢਣ ਨੂੰ ਫਿਰਦੇ ਆ, ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈ। ਚਲੋ ਇੰਨਾ ਧਿਆਨ ਕਿਤੇ ਅਕਾਲੀ ਦਲ ਚ ਦੇ ਦੇਣ ਨਾ, ਤੇ ਅਕਾਲੀ ਦਲ ਫੇਰ ਬਿਖਰਿਆ ਹੋਇਆ ਕਿਤੇ ਸਿਮਟ ਜਾਊ। ਦੋਵਾਂ ਦਾ ਵਿਊ ਪੁਆਇੰਟ ਆ ਗਿਆ, ਆਪਾਂ ਫਿਰ ਐਸਜੀਪੀਸੀ ਚ ਨਹੀਂ। ਓਕੇ, ਥੈਂਕ ਯੂ ਵੈਰੀ ਮਚ। ਅਹਿਬਾਬ ਜੀ, ਤੁਹਾਡੇ ਕੋਲੋਂ ਇੱਕ ਸਵਾਲ ਜਿਹੜਾ ਫਿਰ ਬਾਅਦ ਦੇ ਵਿੱਚ ਖੜਿਆਲ ਜੀ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਖੜਿਆਲ ਸਾਹਿਬ ਬੜੀ ਦਾਅਵੇਦਾਰੀ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਇਹਨਾਂ ਮੁੱਦਿਆਂ ਤੇ ਲੈ ਕੇ। ਕਹਿੰਦੇ ਜਿਹੜੀ ਅਸੀਂ ਮਜ਼ਬੂਤ ਟੀਮ ਲੈ ਕੇ ਆਏ ਹਾਂ, ਉਹ ਕਾਂਗਰਸ ਦੀ ਗੱਲ ਵੀ ਕਰਦੇ, ਆਪ ਦੀ ਗੱਲ ਵੀ ਕਰਦੇ, ਅਕਾਲੀ ਦਲ ਦੀ ਵੀ ਗੱਲ ਕਰਦੇ ਆ। ਕੀ ਲੱਗਦਾ ਜਿਹੜੀ ਆ ਰਹੀ 2024 ਦੀ ਇਲੈਕਸ਼ਨ ਹੈਗੀ ਆ ਪਾਰਲੀਮੈਂਟ ਦੀ, ਜਿਹਦੀ ਆਪਾਂ ਗੱਲ ਕਰਦੇ ਹਾਂ, ਵੱਡੀ ਚੁਣੌਤੀ ਬਣ ਰਹੀ ਹੈ ਭਾਜਪਾ ਬਾਕੀ ਦੀਆਂ ਰਾਜਸੀ ਧਿਰਾਂ ਲਈ, ਜਿਹੜੀ ਪੰਜਾਬ 'ਚ ਪਹਿਲਾਂ ਉਹ ਕਹਿੰਦੇ ਹੁਣ ਜ਼ਮੀਨ ਤਲਾਸ਼ ਰਹੀਆਂ ਸਾਰੀਆਂ ਧਿਰਾਂ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਵਿਰੋਧ ਕੀਤਾ ਜਦੋਂ ਆਮ ਆਦਮੀ ਪਾਰਟੀ ਹੋਰ ਪਾਰਟੀਆਂ ਤੋਂ ਲੀਡਰਸ ਆਪਣੀ ਪਾਰਟੀ ਦੇ ਵਿੱਚ ਇੰਡਕਟ ਕਰ ਰਹੀ ਸੀ, ਤੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਮਜ਼ਾਕ ਉਡਾਉਂਦੀ ਹੁੰਦੀ ਸੀਗੀ। ਠੀਕ ਵੀ ਸੀ, ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੁੰਦੀ ਸੀ ਵੀ ਇਹਨਾਂ ਕੋਲੇ ਆਪਦੇ ਲੀਡਰ ਹੈ ਨਹੀਂ, ਜੋ ਇਹਨਾਂ ਨੂੰ ਦੂਜੀ ਪਾਰਟੀਆਂ ਤੋਂ ਲੀਡਰ ਚੱਕ ਕੇ ਲਿਆਉਣੇ ਪੈਂਦੇ ਆ। ਸੋ ਉਹੀ ਚੀਜ਼ ਐਗਜ਼ੈਕਟਲੀ ਜਦੋਂ ਭਾਰਤੀ ਜਨਤਾ ਪਾਰਟੀ ਆਪ ਕਰਦੀ ਹੈ ਤੇ ਉਹ ਗਲਤ ਤੋਂ ਠੀਕ ਕਿਵੇਂ ਹੋ ਜਾਂਦੀ ਹੈ, ਇਹ ਸਾਨੂੰ ਬੀਜੇਪੀ ਦੱਸੇ ਜ਼ਰਾ। ਦੂਜੀ ਗੱਲ ਦੇਖੋ, ਭਾਰਤੀ ਜਨਤਾ ਪਾਰਟੀ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਕਿ ਅੱਜ ਤੁਸੀਂ ਪ੍ਰੂਵ ਕਰਤਾ ਕਿ ਆਪਰੇਸ਼ਨ ਲੋਟਸ ਮਿਸ਼ਨ ਜਿਹੜਾ ਕਮਲ ਹੈ, ਇਹ ਵਾਕਈ ਡਾਇਰੈਕਟਲੀ ਤੇ ਇਨਡਾਇਰੈਕਟਲੀ ਦੋਵੇਂ ਸਿਸਟਮ ਨਾਲ ਚੱਲਦਾ ਹੈ। ਭਾਰਤੀ ਜਨਤਾ ਪਾਰਟੀ ਦਾ ਧਿਆਨ ਦੂਜੀ ਪਾਰਟੀ ਦੇ ਲੀਡਰਸ ਵੱਲ ਹੀ ਹੁੰਦਾ ਹੈ, ਤੇ ਉਹਦਾ ਬੜਾ ਅੱਛਾ ਐਗਜ਼ਾਮਪਲ ਹੈ ਸਿੱਧੂ ਸਾਹਿਬ। ਜੇ ਉਹ ਪੈਟਰਨ ਮੈਂ ਤੁਹਾਨੂੰ ਦੱਸ ਦਿੰਦਾ ਹੈ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਜਿਹੜੀ ਨਿਗਾਹ ਰੱਖੀ ਹੈ ਉਹ ਦੂਜੀ ਪਾਰਟੀ ਦੇ ਲੀਡਰਸ ਤੇ ਰੱਖੀ ਹੈ, ਚਾਹੇ ਉਹ ਗੋਆ ਦੇ ਵਿੱਚ ਹੋਵੇ, ਕਰਨਾਟਕਾ 'ਚ ਹੋਵੇ, ਮਹਾਰਾਸ਼ਟਰ 'ਚ ਹੋਵੇ, ਅਸਾਮ 'ਚ ਹੋਵੇ, ਮੱਧ ਪ੍ਰਦੇਸ਼ 'ਚ ਹੋਵੇ, ਬਿਹਾਰ 'ਚ ਹੋਵੇ, ਅਰੁਣਾਚਲ, ਮਨੀਪੁਰ, ਮੇਘਾਲਿਆ, ਪੰਜਾਬ, ਤੇਲੰਗਾਨਾ। ਸੋ ਇਹ ਦੇਖੋ ਭਾਰਤੀ ਜਨਤਾ ਪਾਰਟੀ ਦੀ ਐਕਸਪਰਟੀਜ਼ ਹੈ, ਮੁਬਾਰਕ ਇਹਨਾਂ ਨੂੰ। ਲੇਕਿਨ ਇਹ ਇੱਕ ਚੀਜ਼ ਜ਼ਰੂਰ ਕਰਿਆ ਕਰਨ ਕਿ ਆਪਦੇ ਪਾਰਟੀ ਦੇ ਜਿਹੜੇ ਵੈਟਰਨਸ ਨੇ, ਜਿਹੜੇ ਲੀਡਰਸ ਨੇ, ਜਦੋਂ ਉਹਨਾਂ ਨੂੰ ਇਤਰਾਜ਼ ਹੁੰਦਾ ਨਾ, ਔਨ ਰਿਕਾਰਡ ਆ ਕੇ ਤੁਹਾਡੇ ਉਲਟ ਬੋਲਦੇ ਆ, ਪਾਰਟੀ ਦੇ ਉਲਟ ਬੋਲਦੇ ਆ, ਤੇ ਨੁਕਸਾਨ ਜ਼ਿਆਦਾ ਹੁੰਦਾ ਤੇ ਫਾਇਦਾ ਘੱਟ ਹੁੰਦਾ ਹੈ। ਤੇ ਸਾਰੇ ਲੋਕ ਇੱਕ ਚੀਜ਼ ਜਾਣਨ ਦੀ ਬੜੇ ਇਛੁਕ ਨੇ, ਇਹ ਗੱਲ ਕਿ ਸਰੀਨ ਸਾਹਿਬ ਨੇ ਕਿਹਾ ਵੀ ਕੈਪਟਨ ਸਾਹਿਬ ਨੇ ਪਹਿਲਾਂ ਤਾਂ ਵਾਅਦਾ ਕਰਤਾ ਕਿਸਾਨਾਂ ਨੂੰ, ਉਹਦੇ ਬਾਅਦ ਕਿਸਾਨਾਂ ਦਾ ਜਿਹੜਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹ ਡਿਲੀਵਰ ਕੀਤਾ ਨਹੀਂ। ਸੋ ਉਹਦੇ ਬਾਵਜੂਦ ਤੁਸੀਂ ਕੈਪਟਨ ਸਾਹਿਬ ਨੂੰ ਸ਼ਾਮਿਲ ਕਰ ਲਿਆ ਪਾਰਟੀ ਦੇ ਵਿੱਚ। ਹੁਣ ਸਾਨੂੰ ਇਹ ਦੱਸ ਦਿਓ ਵੀ ਕਿਹੜਾ ਮੈਰਿਟ ਦੇ ਕੇ ਭਾਰਤੀ ਜਨਤਾ ਪਾਰਟੀ ਆਪਣੀ ਪਾਰਟੀ ਦੇ ਵਿੱਚ ਲੋਕਾਂ ਨੂੰ ਸ਼ਾਮਿਲ ਕਰਦੀ ਹੈ ਤੇ ਉਹਨਾਂ ਨੂੰ ਅਹੁਦੇ ਨਾਲ ਨਵਾਜ਼ਦੀ ਹੈ। ਕੈਪਟਨ ਸਾਹਿਬ ਦਾ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਾਂ ਜਵਾਬ ਲਈਏ ਸਿੰਘ ਸਾਹਿਬ ਤੋਂ, ਵਾਅਦਾ ਕਰਕੇ ਡਿਲੀਵਰ ਨਹੀਂ ਕੀਤਾ। ਤੇ ਨਾਲੇ ਇਹ ਪੁੱਛ ਲਓ, ਪਹਿਲਾਂ ਇਹਨਾਂ ਨੂੰ ਪੁੱਛ ਲਓ ਸਿੰਘ ਸਾਹਿਬ। ਜੀ ਸਰੀਨ ਸਾਹਿਬ, ਕੈਪਟਨ ਦੇ ਮੁੱਦੇ ਤੇ ਉਹ ਕਹਿੰਦੇ ਕਿਹੜੀ ਇਹੋ ਜਿਹੀ ਗੱਲ ਕਰਤੀ, ਪਹਿਲਾਂ ਕਿਸਾਨਾਂ ਦੇ ਲਈ ਕੀਤਾ ਕੋਈ ਨਹੀਂ, ਹੁਣ ਭਾਜਪਾ ਨੇ ਆਪ ਲੈ ਲਿਆ ਉਹਨਾਂ ਨੂੰ। ਸਿਰਫ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਕਰੂੰਗਾ। ਮੈਂ ਹੀ ਕਹਿ ਰਿਹਾ ਸੀਗਾ 2017 ਚ ਸਰਕਾਰ ਬਣਾਉਣ ਲਈ ਉਹ ਵਾਅਦੇ ਕੈਪਟਨ ਅਮਰਿੰਦਰ ਸਿੰਘ ਦੇ ਸੀਗੇ ਜਾਂ ਕਾਂਗਰਸ ਦੇ ਸੀਗੇ?
ਉਹ ਕਾਂਗਰਸ ਪਾਰਟੀ ਦੇ ਵਾਅਦੇ ਸੀਗੇ ਨਾ। ਜਦੋਂ ਤਾਂ ਗੱਲ ਆਪਣੀ ਪ੍ਰੈਜੈਂਟੇਸ਼ਨ ਦੇਣ ਦੀ ਵਾਰੀ ਆਂਦੀ ਸੀ, ਆਪਣੀ ਜੋ ਆਪਾਂ ਕੀਤਾ ਹੈ ਲੋਕਾਂ 'ਚ ਕੀਤੇ ਕੰਮ ਦੱਸਣ ਦੀ ਗੱਲ ਆਂਦੀ ਸੀ, ਉਦੋਂ ਕਾਂਗਰਸ ਦੱਸਦੀ ਸੀਗੀ ਕਿ ਉਹ ਕੈਪਟਨ ਸਰਕਾਰ ਵੇਲੇ ਹੀ ਹੋਏ ਸੀ ਜਿੰਨੇ ਅਜੇ ਤੱਕ ਦਿੱਤੇ। ਤੇ ਜਾਂ ਤਾਂ ਕੈਪਟਨ ਦੇ ਵਾਅਦੇ ਜਾਂ ਇਹ ਕਹਿ ਦਿੰਦੇ ਕਿ ਕੈਪਟਨ ਦੇ ਵਾਅਦੇ ਕੈਪਟਨ ਨਾਲ ਚਲੇ ਗਏ, ਕਾਂਗਰਸ ਦੇ ਬਿਲਕੁਲ ਐਗਜ਼ੈਕਟਲੀ ਸਾਹਿਬ ਆਪਾਂ ਇੱਕ ਜਵਾਬ ਲੈ ਲਈਏ, ਬਿਲਕੁਲ ਜਵਾਬ ਲੈ ਲਈਏ। ਇੱਕ ਹੋਰ ਗੱਲ ਇਹ ਕਹਿੰਦੇ ਆਪਰੇਸ਼ਨ ਲੋਟਸ ਚਲਾ ਰਹੀ ਹੈ ਬੀਜੇਪੀ, ਵਾਕਈ ਚਲਾ ਰਹੀ ਹੈ। ਅਸੀਂ ਆਪਾਂ ਆਪਣਾ ਆਪਰੇਸ਼ਨ ਲੋਟਸ ਚਲਾਣਾ ਹੈ, ਆਪਾਂ ਆਪਣੀ ਸਰਕਾਰ ਬਣਾਣੀ ਹੈ, ਆਪਾਂ ਆਪਣਾ ਕੰਮ ਕਰਨਾ ਹੈ। ਪਰ ਇਹ ਜਿਸ ਤਰ੍ਹਾਂ ਤੁਸੀਂ ਪ੍ਰੈਜੈਂਟੇਸ਼ਨ ਕਰ ਰਹੇ ਹੋ, ਇਸ ਤਰ੍ਹਾਂ ਆਪਰੇਸ਼ਨ ਲੋਟਸ ਨਹੀਂ ਹੈ। ਕਮਲ ਦਾ ਫੁੱਲ ਜਿਹੜਾ ਹੈ ਉਹ ਹਰ ਗਲੀ, ਹਰ ਘਰ, ਹਰ ਬੂਥ, ਹਰ ਸ਼ਹਿਰ 'ਚ ਖਿਲੇਗਾ। ਓਕੇ ਚਲੋ ਗੱਲ ਆ ਗਈ, ਆਪਾਂ ਜਵਾਬ ਲੈ ਲਈਏ ਬਿਲਕੁਲ। ਖੜਿਆਲ ਜੀ ਸੰਖੇਪ 'ਚ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈਣੇ। ਉਹ ਕਹਿੰਦੇ ਕੀ ਇਤਰਾਜ਼ ਹੈ, ਅਸੀਂ ਸਰਕਾਰ ਬਣਾਉਣੀ ਆਪਣੀ ਬਣਾਵਾਂਗੇ। ਜੀ ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ, ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ ਵੀ ਇਹਨਾਂ ਨੇ ਇਹ ਗੱਲ ਮੰਨੀ ਤਾਂ ਸੀ ਵੀ ਅਸੀਂ ਆਪਰੇਸ਼ਨ ਲੋਟਸ ਚਲਾਉਣੇ ਆ, ਐਡਮਿਟ ਤਾਂ ਕੀਤਾ। ਫਿਰ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਸਰਕਾਰ ਤਾਂ ਬਣਾਉਣੀ ਹੈ ਜੀ, ਅਸੀਂ ਆਪਦਾ ਕੰਮ ਤਾਂ ਕਰਨਾ ਹੈ। ਸੋ ਸਰਕਾਰ ਬਣਾਉਣਾ ਕੰਮ ਨਹੀਂ ਹੁੰਦਾ, ਸਰਕਾਰ ਜਦੋਂ ਬਣ ਜੇ ਉਹ ਤੋਂ ਬਾਅਦ ਕੰਮ ਕਰਨਾ, ਵਿਕਾਸ ਕਰਨਾ, ਡਿਵੈਲਪਮੈਂਟ ਕਰਨੀ, ਵੈਲਫੇਅਰ ਕਰਨਾ, ਉਹਨੂੰ ਕੰਮ ਕਹਿੰਦੇ ਆ, ਜੋ ਭਾਰਤੀ ਜਨਤਾ ਪਾਰਟੀ ਨੂੰ ਦੂਰ ਦੂਰ ਤੱਕ ਪਤਾ ਹੀ ਨਹੀਂ ਹੈ। ਇਹਨਾਂ ਨੂੰ ਸਿਰਫ ਔਰ ਸਿਰਫ ਆ ਜਿਹੜੀ ਗੱਲ ਸਰੀਨ ਸਾਹਿਬ ਨੇ ਐਡਮਿਟ ਕੀਤੀ ਹੈ, ਕੇਂਦਰ ਦੀ ਸਰਕਾਰ ਹੈ ਕਿ ਦੂਜੀ ਗੱਲ ਮੈਂ ਤੁਹਾਨੂੰ ਇਹ ਗੱਲ ਪੁੱਛੀ ਵੀ ਤੁਸੀਂ ਜਿਹੜੇ ਲੀਡਰ ਤੁਸੀਂ ਆਪ ਕੀ, ਸਰੀਨ ਸਾਹਿਬ ਇਹ ਮੇਰਾ ਬਿਆਨ ਨਹੀਂ ਹੈ, ਵੀ ਕੈਪਟਨ ਸਾਹਿਬ ਨੇ ਵਾਅਦਾ ਕਰਕੇ ਉਹ ਤੋਂ ਬਾਅਦ ਡਿਲੀਵਰ ਨਹੀਂ ਕੀਤਾ, ਫਿਰ ਵੀ ਤੁਸੀਂ ਪਾਰਟੀ 'ਚ ਲੈ ਲਿਆ। ਤੇ ਦੂਜੀ ਗੱਲ ਇਹ ਦੱਸੋ ਕਿ ਕੈਪਟਨ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਵਾਅਦੇ ਉਦੋਂ ਹੋਏ ਹੈ ਉਹ ਕਾਂਗਰਸ ਪਾਰਟੀ ਨੇ ਕੀਤੇ, ਕੈਪਟਨ ਸਾਹਿਬ ਨੇ ਕੀਤੇ। ਕੈਪਟਨ ਸਾਹਿਬ ਨੇ ਵਾਅਦੇ ਕੀਤੇ, ਜਦੋਂ ਇੰਡੀਵਿਜੂਅਲ ਵਾਅਦਾ ਕਰਦੇ ਉਹ ਤੋਂ ਬਾਅਦ ਤੁਸੀਂ ਇੰਡੀਵਿਜੂਅਲ ਨੂੰ ਅਕਾਊਂਟੇਬਲ ਹੋਲਡ ਕਰੋਗੇ ਜਾਂ ਕਿਸੇ ਹੋਰ ਨੂੰ ਹੋਲਡ ਕਰੋਗੇ। ਸੋ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਜਦੋਂ ਸੀਐਮ ਪਦ ਤੋਂ ਉਤਾਰਤਾ, ਕਿਉਂਕਿ ਮੇਰਾ ਜਵਾਬ ਲਓ ਨਾ, ਮੇਰਾ ਜਵਾਬ ਲਓ। ਜਦੋਂ ਅਸੀਂ ਉਹਨਾਂ ਨੂੰ ਆਪਣਾ ਸੀਐਮ ਪਦ ਤੋਂ ਉਤਾਰਤਾ ਕਿਉਂਕਿ ਉਹਨਾਂ ਨੇ ਨਹੀਂ ਪੂਰੇ ਚੰਗੀ ਤਰੀਕੇ ਨਾਲ ਡਿਲੀਵਰ ਕੀਤਾ, ਹਰੇਕ ਚੀਜ਼ ਜਿਹੜੀ ਉਹਨਾਂ ਤੋਂ ਐਕਸਪੈਕਟਡ ਸੀ ਨਹੀਂ ਡਿਲੀਵਰ ਕੀਤੀ, ਅਸੀਂ ਉਤਾਰਤਾ, ਅਸੀਂ ਅਕਾਊਂਟੇਬਿਲਿਟੀ ਫਿਕਸ ਕਰਤੀ। ਤੁਸੀਂ ਆਪ ਹੀ ਇਲਜ਼ਾਮ ਲਾ ਕੇ ਵੀ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਨੇ ਕੀਤੇ ਉਹਨਾਂ ਨੂੰ ਅਹੁਦਾ ਦਿੱਤਾ। ਆ ਗਈ ਗੱਲ ਖੜਿਆਲ ਜੀ ਤੁਹਾਡੀ, ਖੜਿਆਲ ਜੀ ਆ ਗਈ ਗੱਲ। ਇੱਥੋਂ ਦਾ ਪਤਾ ਲੱਗਦਾ ਕਿ ਕੋਈ ਮੈਰਿਟ ਨਹੀਂ ਹੈ। ਓਕੇ ਥੈਂਕ ਯੂ ਵੈਰੀ ਮਚ ਖੜਿਆਲ ਜੀ, ਆ ਗਿਆ ਤੁਹਾਡਾ ਵੀ ਪੁਆਇੰਟ। ਕੋਈ ਲੋਕਾਂ ਨਾਲ ਕਨੈਕਟ ਨਹੀਂ ਹੈ। ਤੇ ਇੱਕ ਹੋਰ ਗੱਲ ਲਾਸਟ ਹੈ ਸਿੱਧੂ ਸਾਹਿਬ, ਜਿਹੜੇ ਲੀਡਰਸ ਕਾਂਗਰਸ ਪਹਿਲਾਂ ਸੱਤਾ 'ਚ ਸੀਗੀ, ਸਾਡੀ ਮੈਜੋਰਿਟੀ ਸੀ, ਹੈਵੀ ਮੈਜੋਰਿਟੀ ਸੀ, ਚੰਗੀ ਮੈਜੋਰਿਟੀ ਸੀ, ਪਹਿਲਾਂ ਕਾਂਗਰਸ ਰਹਿ ਕੇ ਕਾਂਗਰਸ ਨੂੰ ਹਰਾ ਕੇ ਆਏ ਹੈ। ਹੁਣ ਭਾਰਤੀ ਜਨਤਾ ਪਾਰਟੀ 'ਚ ਆ ਕੇ ਭਾਰਤੀ ਜਨਤਾ ਦਾ ਜਿਹੜਾ ਗ੍ਰਾਫ ਹੈ ਉਹ ਹੋਰ ਥੱਲੇ ਜਾਊਗਾ, ਇਹ ਤੋਂ ਉੱਤੇ ਨਹੀਂ ਆਊਗਾ। ਚਲੋ ਤੁਹਾਡਾ ਵੀ ਪੁਆਇੰਟ ਆ ਗਿਆ ਜੀ ਥੈਂਕ ਯੂ ਵੈਰੀ ਮਚ। ਸ੍ਰੀ ਸਾਹਿਬ ਸੰਖੇਪ ਦੇ ਵਿੱਚ ਬਾਕੀ ਮਹਿਮਾਨ ਇੰਤਜ਼ਾਰ ਕਰ ਰਹੇ। ਦੇਖੋ ਮੇਰੇ ਮਿੱਤਰ ਖੜਿਆਲ ਸਾਹਿਬ ਨੇ ਬਹੁਤ ਵਧੀਆ ਗੱਲਾਂ ਕਹੀਆਂ। ਸਰਕਾਰ ਦਾ ਕੰਮ ਹੁੰਦਾ ਕੰਮ ਕਰਕੇ ਦਿਖਾਣਾ। ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ, ਕੰਮ ਕਰਕੇ ਦਿਖਾਏ ਸੀ ਤਾਂ ਹੀ ਗੋਆ 'ਚ ਦੁਬਾਰਾ ਆਏ, ਉੱਤਰਾਖੰਡ 'ਚ ਦੁਬਾਰਾ ਆਏ, ਯੂਪੀ 'ਚ ਦੁਬਾਰਾ ਆਏ, ਹਰਿਆਣਾ 'ਚ ਦੁਬਾਰਾ ਆਏ, ਅਸਾਮ 'ਚ ਦੁਬਾਰਾ ਆਏ, ਹਿਮਾਚਲ ਔਰ ਆਪਾਂ ਗੁਜਰਾਤ 'ਚ ਦੁਬਾਰਾ ਆਉਣ ਜਾ ਰਹੇ ਹਾਂ। ਬਾਕੀ ਜਿੱਥੋਂ ਤੱਕ ਗੱਲ ਹੈ, ਇਹ ਕਹਿੰਦੇ ਆ ਕਿ ਦੂਸਰੀਆਂ ਪਾਰਟੀਆਂ ਚੱਲ ਗਏ। ਜਦੋਂ 80 ਇਹਨਾਂ ਦੇ ਐਮਐਲਏ ਸੀ ਨਾ, ਇਹ 12 ਆਮ ਆਦਮੀ ਪਾਰਟੀ ਦੇ ਆਪਣੇ 'ਚ ਲੈ ਗਏ ਸੀ ਐਮਐਲਏ। ਚਲੋ ਤੁਹਾਡੀ ਗੱਲ ਆ ਗਈ ਸ੍ਰੀ ਸਾਹਿਬ, ਬਿਲਕੁਲ ਇੰਨੀ ਕਾਫੀ ਹੈ। ਭਾਰਤੀ ਜਨਤਾ ਪਾਰਟੀ ਤੇ ਐਲੀਗੇਸ਼ਨ ਲਾ ਲਈ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਬਿਲਕੁਲ ਅਕਾਲੀ ਦਲ ਇਸ ਲਈ ਗੱਲ ਕਰ ਤੁਹਾਡੀ ਗੱਲ ਆ ਗਈ। ਅਹਿਬਾਬ ਗਰੇਵਾਲ ਜੀ, ਤੁਹਾਡਾ ਲਿੰਕ ਉਦੋਂ ਕੱਟ ਗਿਆ ਸੀ, ਆਪਣੀ ਗੱਲ ਹੋ ਨਹੀਂ ਪਾਈ। ਜਿਸ ਮੁੱਦੇ ਤੇ ਗੱਲ ਕਰ ਰਹੇ ਭਾਜਪਾ ਵਾਲੇ, ਦੇਖੋ ਸਾਡਾ ਕਹਿੰਦੇ ਇਹ ਨੀਤੀ ਹੁੰਦੀ ਹੈ ਹਰ ਰਾਜਸੀ ਧਿਰ ਦੀ ਕਿ ਅਸੀਂ ਸਰਕਾਰ ਬਣਾਉਣੀ ਹੈ, ਮੁੱਦਿਆਂ ਦੀ ਗੱਲ ਵੀ ਕਰਦੇ ਹੈ। ਜਦੋਂ ਮੁੱਦਿਆਂ ਦੀ ਗੱਲ ਕਰਦੇ ਆ, ਜਦੋਂ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਜਾਂਦੀ, ਕਹਿੰਦੇ ਦੂਜੀਆਂ ਧਿਰਾਂ ਦੇ ਆਗੂ ਸਾਡੇ ਵੱਲ ਆਉਂਦੇ ਆ ਤੇ ਇਹਦੇ 'ਚ ਗਲਤ ਗੱਲ ਕੀ ਹੈ? ਪੂਰੇ ਦੇਸ਼ 'ਚ ਅਸੀਂ ਸਰਕਾਰਾਂ ਬਣਾ ਰਹੇ ਤੇ ਗੁਜਰਾਤ ਦੇ ਵਿੱਚ ਵੀ ਬਣੇਗੀ ਸਾਡੀ ਸਰਕਾਰ। ਦੇਖੋ ਸਿੱਧੂ ਸਾਹਿਬ, ਉਹ ਤਾਂ ਸਮਾਂ ਹੀ ਦੱਸੇਗਾ ਜੀ। ਗੱਲ ਇਹ ਹੈ ਕਿ ਦੇਖੋ ਆਪਣੀ ਪੀਕ ਤੇ ਜਦੋਂ ਕਾਂਗਰਸ ਸੀ ਉਹ ਇਹੀ ਕਰਦੀ ਸੀ ਜੋ ਅੱਜ ਭਾਜਪਾ ਕਰ ਰਹੀ ਹੈ। ਇਹ ਲੋਕਾਂ ਦੀ ਮੈਂਡੇਟ ਨੂੰ ਮੰਨਦੇ ਨਹੀਂ ਸੀ। ਉਦੋਂ ਸਰਕਾਰਾਂ ਨੂੰ ਸਿੱਧਾ ਕੀ ਕਹਿੰਦੇ ਆ ਬਰਖਾਸਤ ਕਰ ਦਿੱਤਾ ਜਾਂਦਾ ਸੀਗਾ। ਹੁਣ ਆਪਰੇਸ਼ਨ ਲੋਟਸ ਚੱਲਦੇ ਨੇ, ਗਲੀ ਗਲੀ 'ਚ ਕਮਲ ਖਿਲਾਣਾ ਤਾਂ ਕਿਚੜ ਵੀ ਫਲਾਣਾ ਹੀ ਪੈਣਾ ਜੀ ਸਾਰੇ ਪਾਸੇ। ਸੋ ਇਹ ਆਈਡੀਓਲੋਜੀ ਵਾਲੀ ਕੋਈ ਗੱਲ ਨਹੀਂ।
ਗੱਲ ਇਹ ਹੈ ਕਿ ਹਾਂ ਅਕਾਲੀ ਦਲ ਤੇ ਬੀਜੇਪੀ ਜੇ ਇਹਨਾਂ ਦੀ ਲੜਾਈ ਮੁੱਕ ਗਈ ਹੋਵੇ, ਜਿਹੜਾ ਇਹ ਫ੍ਰੈਂਡਲੀ ਮੈਚ ਚੱਲ ਰਿਹਾ, ਇਹ ਵਾਅਦਾ ਕਰ ਦੇਣ ਕਿ ਦੁਬਾਰਾ ਇਕੱਠੇ ਨਹੀਂ ਹੋਣਗੇ। ਗੱਲ ਕੀ ਹੈ ਕਿ ਬੀਜੇਪੀ ਆਪਣੇ ਐਲਾਈਜ਼ ਦੇ ਵੋਟ ਬੈਂਕ ਨੂੰ ਖਾਣ ਲੱਗ ਗਈ ਸੀ, ਚਾਹੇ ਉਹ ਸ਼ਿਵ ਸੈਨਾ ਸੀ, ਚਾਹੇ ਉਹ ਨਿਤੀਸ਼ ਕੁਮਾਰ ਸੀ, ਚਾਹੇ ਉਹ ਬੀਜੂ ਜਨਤਾ ਦਲ ਸੀ, ਚਾਹੇ ਉਹ ਅਕਾਲੀ ਦਲ ਸੀ। ਸੋ ਇਹਨਾਂ ਦੇ ਐਲਾਈਜ਼ ਗਰੇਵਾਲ ਸਾਹਿਬ ਇੱਕ ਸਵਾਲ ਦੇਖੋ, ਦਰਸ਼ਕ ਤੁਹਾਨੂੰ ਸੁਣ ਰਹੇ ਆ, ਮੈਂ ਵੀ ਲੈਣਾ ਚਾਹਾਂਗਾ। ਜੋ ਤੁਸੀਂ ਗੱਲ ਕਰਦੇ ਆ ਅਕਾਲੀ ਦਲ ਵਾਲੇ ਦੱਸ ਦੇਣਾ, ਹੁਣ ਜਦੋਂ ਕੈਪਟਨ ਅਮਰਿੰਦਰ ਹੋਣੀ ਆ ਗਏ, ਜਾਖੜ ਹੋਣੀ ਆ ਗਏ, ਰਾਜ ਕੁਮਾਰ ਵੇਰਕਾ ਆ ਗਿਆ, ਸੋਢੀ ਹੋਣੀ ਆ ਗਏ, ਹੋਰ ਇੱਦਾਂ ਕਈ, ਕੇਵਲ ਢਿੱਲੋਂ, ਮੈਂ ਕਿਹਦੇ ਨਾਂ ਲਵਾਂਗਾ, ਤਾਂ ਕੀ ਲੱਗਦਾ ਕਿ ਅਕਾਲੀ ਦਲ ਨਾਲ ਸਾਂਝ ਦੀ ਕੋਈ ਗੁੰਜਾਇਸ਼ ਬਣੀ ਰਹੇਗੀ ਇਸ ਸਥਿਤੀ 'ਚ? ਦੇਖੋ ਜੀ, ਜੋ ਅੱਜ ਦੀ ਡੇਟ 'ਚ ਕਰ ਰਹੇ ਨੇ ਇਹਨਾਂ ਨੇ, ਉਹ ਜਿਸ ਲੈਵਲ ਤੇ, ਕਿਉਂਕਿ ਕਹਿੰਦੇ ਨਾ ਕਿ ਆਪਣੇ ਤੁਸੀਂ ਜਾਓ ਆਈਡੀਓਲੋਜੀ ਤੇ ਜਾ ਕੇ ਵੰਡੀਆਂ ਪਾਓ, ਤੇ ਉਸ ਤੋਂ ਬਾਅਦ ਫਿਰ ਭਾਈਚਾਰੇ ਲਈ ਇਕੱਠੇ ਤਾਂ ਹੋਣਾ ਹੀ ਪੈਣਾ ਨਾ। ਸਿੱਧੂ ਸਾਹਿਬ, ਇਹੀ ਹੁੰਦਾ ਨਾ ਕਿ ਇਹ ਦੋਵੇਂ ਧਰਮ ਜੇ ਅੱਡ-ਅੱਡ ਖਤਰੇ ਛੋੜਨਗੇ ਤਾਂ ਹੀ ਇਕੱਠੇ ਹੋਣ ਕੇ ਰਾਜਨੀਤਿਕ ਫਾਇਦਾ ਲਿਆ ਜਾਊਗਾ। ਸੋ ਜਿਹੜੀ ਇਹਨਾਂ ਦੀ ਜਿਸ ਤਰ੍ਹਾਂ ਦੀ ਰਾਜਨੀਤੀ ਹੈ ਉਹਦੀ ਪੀਕ ਹੋ ਚੁੱਕੀ ਹੈ। ਜਿਹੜੇ ਵੈਟਰਨਸ ਨੇ ਉਹਨਾਂ ਨੂੰ ਮਾਰਗਦਰਸ਼ਕ ਮੰਡਲ 'ਚ ਪਾ ਦਿੱਤਾ ਜਾਂਦਾ ਹੈ। ਅਡਵਾਨੀ ਜੀ, ਮੁਰਲੀ ਮਨੋਹਰ ਜੋਸ਼ੀ ਜੀ ਕਿੱਥੇ ਨੇ ਅੱਜ, ਦੇਖ ਲਓ, ਉਹਨਾਂ ਨੂੰ ਮਾਰਗਦਰਸ਼ਕ ਮੰਡਲ 'ਚ ਪਾ ਕੇ ਕਿਹਾ ਜਾਂਦਾ ਕਿ ਹੁਣ ਤੁਸੀਂ ਠੰਡੇ ਹੋ ਕੇ ਬੈਠੋ, ਤੁਸੀਂ ਪਾਰਟੀ ਖੜੀ ਕੀਤੀ ਹੈ, ਕੋਈ ਗੱਲ ਨਹੀਂ। ਹੁਣ ਗੱਲ ਇਹ ਹੈ ਕਿ ਆਰਐਸਐਸ ਦੀ ਵੀ ਨਹੀਂ ਚੱਲ ਰਹੀ ਮੋਦੀ ਤੇ ਸ਼ਾਹ ਦੀ ਹੈ। ਆਰਐਸਐਸ ਨੂੰ ਇਹ ਪ੍ਰੋਬਲਮ ਹੈ, ਉਹ ਆਈਡੀਓਲੋਜੀ ਬੇਸਡ ਹੈ। ਅਸੀਂ ਉਹਨਾਂ ਦੀ ਆਈਡੀਓਲੋਜੀ ਨਾਲ ਇਤਫਾਕ ਰੱਖੀਏ ਨਾ ਰੱਖੀਏ, ਪਰ ਉਹਨਾਂ ਨੂੰ ਹੈ ਕਿ ਮੋਦੀ ਹੁਣ ਤਾਂ ਆਈਡੀਓਲੋਜੀ ਵੀ ਨਹੀਂ ਚੱਲਦੇ, ਉਹ ਤਾਂ ਡੰਡਾ ਹੋਵੇ, ਜੋ ਮਰਜ਼ੀ ਹੋਵੇ। ਐਂਡ ਜਿਹੜੇ ਲੋਕਤੰਤਰ ਵਿੱਚ ਲੋਕਾਂ ਦੀ ਆਵਾਜ਼ ਸਭ ਤੋਂ ਜ਼ਰੂਰੀ ਵੱਡੀ ਹੁੰਦੀ ਹੈ ਜੀ। ਤੇ ਤੁਸੀਂ ਜਦੋਂ ਡੈਮੋਕ੍ਰੈਟਿਕ ਮੈਂਡੇਟ ਨੂੰ ਸਬਵਰਟ ਕਰਦੇ ਹੋ, ਜਿਸ ਤਰ੍ਹਾਂ ਕਿ ਮੱਧ ਪ੍ਰਦੇਸ਼ ਕੀਤਾ ਗਿਆ, ਜਿਸ ਤਰ੍ਹਾਂ ਰਾਜਸਥਾਨ 'ਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰ੍ਹਾਂ ਮਹਾਰਾਸ਼ਟਰ 'ਚ ਕੀਤਾ ਗਿਆ, ਤੇ ਜਿਸ ਤਰ੍ਹਾਂ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਤੁਸੀਂ ਡੈਮੋਕ੍ਰੇਸੀ ਦੇ ਖਿਲਾਫ ਜਾਂਦੇ ਹੋ। ਸਾਡਾ ਮੰਨਣਾ ਇਹ ਹੈ ਕਿ ਇਹ ਆਪਣੀ ਪੀਕ ਕਰ ਚੁੱਕੇ ਹੈ। ਹੁਣ 2024 'ਚ ਦੇਸ਼ ਇਹਨਾਂ ਨੂੰ ਜਵਾਬ ਦੇਗਾ। ਗੁਜਰਾਤ 'ਚ, ਹਿਮਾਚਲ 'ਚ ਸਭ ਨਤੀਜੇ ਮੂਹਰੇ ਆ ਜਾਣੇ ਜੀ। ਅਸੀਂ ਤਾਂ ਲੋਕਾਂ ਮੂਹਰੇ ਆਈਡੀਓਲੋਜੀ ਲੈ ਕੇ ਚੱਲੇ ਹਾਂ ਕਿ ਕਿੰਨਾ ਚਿਰ ਤੁਸੀਂ ਵੰਡੀ ਤੁਰੀ ਜਾਓਗੇ। ਜਿਸ ਤਰ੍ਹਾਂ ਪੰਜਾਬ ਨੇ ਧਰਮ ਦੀ ਰਾਜਨੀਤੀ ਨੂੰ ਫਾਈਨਲੀ ਨਕਾਰਿਆ, ਸਾਨੂੰ ਵਿਸ਼ਵਾਸ ਹੈ ਕਿ ਇਹ ਦੇਸ਼ ਵੀ ਧਰਮ ਦੀ ਰਾਜਨੀਤੀ ਨੂੰ ਨਕਾਰੇਗਾ, ਤੇ ਜਿਹੜਾ ਸੈਕੂਲਰ ਮੁਲਕ ਹੈ ਉਹ ਸੈਕੂਲਰ ਰਹੇਗਾ ਐਂਡ ਸੰਵਿਧਾਨ ਉੱਤੇ ਰਹੇਗਾ। ਇਹ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਆਪਾਂ ਜਵਾਬ ਲੈ ਲਈਏ, ਸੈਕੂਲਰ ਮੁਲਕ ਹੀ ਰਹੇਗਾ ਸਰ। ਜੀ ਬਿਲਕੁਲ। ਸਰੀਨ ਸਾਹਿਬ, देखो, हिंदुस्तान मुल्क सी ही मुल्क नहीं, हिंदुस्तान नंबर 1 सी, नंबर 1 है, नंबर 1 ही रहना है। ਉਹਦੇ ਲਈ ਕੋਈ ਗੱਲ ਨਹੀਂ ਹੈ। ਜਿੱਥੋਂ ਤੱਕ ਇਹ ਆ ਸਾਡੀ ਪਾਰਟੀ ਦੇ ਉੱਤੇ ਮੇਰੇ ਵੱਡੇ ਭਰਾ ਬਾਬ ਜੀ ਆਰੋਪ ਲਾ ਰਹੇ ਕਿ ਵੈਟਰਨਸ ਨੂੰ ਸਥਾਨ ਨਹੀਂ ਦਿੰਦੇ। ਇਹਨਾਂ ਦੀ ਪਾਰਟੀ ਦੇ ਅੰਦਰ ਕਿਸੇ ਨੂੰ ਇਹਨਾਂ ਨੇ ਟਿਕਣ ਹੀ ਨਹੀਂ ਦਿੱਤਾ। ਕਿਰਨ ਬੇਦੀ ਜੀ, ਕੁਮਾਰ ਵਿਸ਼ਵਾਸੀ, ਪ੍ਰਸ਼ਾਂਤ ਭੂਸ਼ਣ ਜੀ, ਅੱਜ ਕਿੱਥੇ ਨੇ ਉਹ ਲੋਕ ਜਿਹੜੇ ਲੋਕਾਂ ਨੇ ਇਸ ਪਾਰਟੀ ਨੂੰ ਖੜਾ ਕੀਤਾ, ਜਿਨ੍ਹਾਂ ਲੋਕਾਂ ਨੇ ਇਸ ਪਾਰਟੀ ਨੂੰ ਇੱਡੀ ਵੱਡਾ ਵਿਉਂਤਬੰਦੀ ਕਰਨ ਦੇ ਵਿੱਚ ਸਹਿਯੋਗ ਕੀਤਾ, ਅੱਜ ਉਹ ਕਿੱਥੇ ਨੇ? ਵਿਚਾਰਾਂ ਤੋਂ ਇਹਨਾਂ ਦੇ ਪਰੇ ਹੋਏ। ਹੁਣ ਐਲੀਗੇਸ਼ਨ ਜਿਹਦੇ ਤੇ ਮਰਜ਼ੀ, ਇਹਨਾਂ 'ਚ ਆਪਣੀ ਕਮੀ, ਮੈਂ ਦੱਸਦਾ, ਆਪਣੀ ਕਮੀ ਨੂੰ ਦੂਰ ਕਰਨ ਦੀ ਬਜਾਏ ਸਾਡੀ ਪਾਰਟੀ ਤੇ ਐਲੀਗੇਸ਼ਨ ਲਾਉਂਦਾ। ਆਪਾਂ ਜਵਾਬ ਲੈ ਲਈਏ ਗਰੇਵਾਲ ਤੋਂ। ਇਹ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਐਲੀਗੇਸ਼ਨ ਲਾ ਲੈਣ, जनता भी देख रही है और देश भी देख रहा है। अब ऐसे जिथे जिथे जाके एलिगेशन ला रहे हैं भारतीय जनता पार्टी को कोई फर्क नहीं पै रहा। और नगर निगम चोणा चलो 8 तरीक भी आई, लोग कल ही आ जाने रिजल्ट उत्थे दे, कल पता लग जाना ਦਿੱਲੀ ਦੇ ਵਿੱਚ ਲੋਕਾਂ ਦੇ ਨਾਲ ਕਿਹੋ ਜਿਹਾ ਕੀ ਵਤੀਰਾ ਹੋਇਆ। ਔਰ ਲੋਕ ਚਲੋ ਆਪਾਂ ਉਸ ਮੁੱਦੇ ਤੇ ਦੁਬਾਰਾ ਗੱਲ ਕਰ ਲਾਂਗੇ। ਆਪਾਂ ਪੰਜਾਬ ਤੇ ਰਹੀਏ, ਪੰਜਾਬ ਦੀ ਗੱਲ ਕਰੀਏ ਜੀ। ਬਾਬ ਜੀ, ਸਿੱਧੂ ਸਾਹਿਬ ਕਿਰਨ ਬੇਦੀ ਜੀ ਮੁੱਖ ਮੰਤਰੀ ਦੇ ਉਮੀਦਵਾਰ ਸੀਗੇ, ਕੈਂਡੀਡੇਟ ਸੀ, ਕੇਜਰੀਵਾਲ ਸਾਹਿਬ ਦੇ ਖਿਲਾਫ ਖੜੇ ਕੀਤੇ ਸੀ ਬੀਜੇਪੀ ਨੇ। ਉਸ ਤੋਂ ਬਾਅਦ ਲੈਫਟੀਨੈਂਟ ਗਵਰਨਰ ਬਣਾਏ, ਕੰਮ ਹੋ ਗਿਆ, ਹਟਾ ਦਿੱਤੇ ਗਏ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਲੜਾਈ ਇਹਨਾਂ ਨਾਲ ਵਿਚਾਰਧਾਰਾ ਦੀ ਹੈ, ਇਹਨਾਂ ਦੀ ਵਿਚਾਰਧਾਰਾ ਵੰਡਦੀ ਹੈ। ਅੱਜ ਦੀ ਡੇਟ 'ਚ ਜਿਹੜੇ ਵੀ ਪੰਜਾਬੀ ਆਗੂ ਇਹਨਾਂ 'ਚ ਰਲੇ ਨੇ, ਜਾਖੜ ਸਾਹਿਬ ਹੋ ਗਏ, ਕੈਪਟਨ ਸਾਹਿਬ, ਚਲੋ ਪਹਿਲਾਂ ਹੀ ਸੱਠਵਿੰਦਰ ਸਿੰਘ, ਜਿੰਨੇ ਆਗੂ ਲੜੇ ਨੇ, ਕੀ ਉਹ ਇਹ ਐਕਸੈਪਟ ਕਰਦੇ ਆ ਕਿ ਅਸੀਂ ਹੁਣ ਇੱਕ ਸੈਕੂਲਰ ਦੇਸ਼ ਦੇ ਸਿਧਾਂਤ ਨੂੰ ਨਹੀਂ ਮੰਨਦੇ? ਜਿਸ ਤਰ੍ਹਾਂ ਬੀਜੇਪੀ ਵਾਲੇ ਕਹਿੰਦੇ ਆ, ਕੀ ਉਹ ਇਹ ਚੀਜ਼ ਐਕਸੈਪਟ ਕਰਦੇ ਆ? ਦੂਜੀ ਗੱਲ ਜਿੰਨੇ ਸੌਖੇ ਤਰੀਕੇ ਨਾਲ ਕਾਂਗਰਸ ਨੇ ਭੱਲਾ ਝਾੜਤਾ, ਜਿੰਨੇ ਬੰਦੇ ਉਹਨਾਂ ਤੋਂ ਗਏ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਸੱਤਾ ਦਾ ਸੁੱਖ ਭੋਗਿਆ 4.5 ਸਾਲ। ਬਾਅਦ ਚੋਂ ਕੈਪਟਨ ਸਾਹਿਬ ਦੇ ਨਾਲ ਸਾਰੇ ਹੀ ਆਟੇ ਨਾਲ ਪੜੇਥਨ ਵੀ ਜਾਈ ਗਿਆ, ਤੇ ਜਾਂਦੇ ਜਾਂਦੇ ਜਾਖੜ ਸਾਹਿਬ ਵਰਗੇ ਸੀਨੀਅਰ ਬੰਦੇ ਵੀ ਚਲੇ ਗਏ। ਬਟ ਜਦੋਂ ਸੁੱਖ ਭੋਗ ਲਿਆ, ਜਿਹੜੇ ਵਾਅਦੇ ਕੀਤੇ ਸੀ ਉਹ ਪਾਰਟੀ ਦੇ ਪਲੇਟਫਾਰਮ ਤੋਂ ਹੋਏ ਸੀ। ਸਰ, ਥੈਂਕ ਯੂ ਅਹਿਬਾਬ ਜੀ, ਤੁਹਾਡਾ ਆ ਗਿਆ, ਜਵਾਬ ਆ ਗਿਆ। ਮੈਂ ਸਾਰੇ ਮਹਿਮਾਨਾਂ ਨੂੰ ਰਿਕੁਐਸਟ ਹੈ, ਸਾਰਿਆਂ ਤੋਂ ਮੈਂ ਜਵਾਬ ਲਵਾਂਗਾ, ਸਵਾਲ ਹੀ ਲਵਾਂਗਾ। ਤਾਰਨੀ ਸਾਹਿਬ, ਬਿਲਕੁਲ ਇਹ ਦੇਖੋ, ਇਹਨਾਂ ਨੇ ਪਹਿਲਾਂ ਹੀ ਇੱਕ ਗੱਲ ਕਹੀ ਸੀ ਕਿ ਅਸੀਂ ਜਿਹੜਾ ਹੈਗਾ ਬੀਜੇਪੀ ਦੇ ਪਰਿਵਾਰ ਦੇ ਵਿੱਚ ਜੇ ਵਾਧਾ ਹੋ ਰਿਹਾ ਤਾਂ ਸਾਨੂੰ ਕਿਸੇ ਨੂੰ ਕੀ ਇਤਰਾਜ਼ ਹੈ। ਮੈਂ ਇਹਨਾਂ ਨੂੰ ਇੱਕੋ ਇਤਰਾਜ਼ ਇਹ ਹੈਗਾ ਕਿ ਬੀਜੇਪੀ ਦਾ, ਆਰਐਸਐਸ ਦਾ ਕੇਵਲ ਔਰ ਕੇਵਲ ਇੱਕ ਏਜੰਡਾ ਹੈਗਾ ਹਿੰਦੂਤਾ।
ਔਰ ਹਿੰਦੂਤਾ ਦੇ ਥੱਲੇ ਰੋਂਦ ਕੇ ਕਿਸੇ ਨੂੰ ਵੀ ਮਾਰ ਸਕਦੇ ਹੈਗੇ, ਕਿਸੇ ਨੂੰ ਵੀ ਡੁਬੋ ਸਕਦੇ ਹੈਗੇ ਆ। ਔਰ ਜਿਹੜੀ ਗੱਲ ਅਗਲੀ ਹੈ, ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਡਬਲ ਇੰਜਨ ਦੀ ਸਰਕਾਰ ਦਾ ਜਿਹੜਾ ਹੈਗਾ ਹੈ ਉਹ ਨਾਰਾ ਦਿੱਤਾ ਜਾਂਦਾ ਹੈਗਾ ਕਿ ਜੀ ਡਬਲ ਇੰਜਨ ਦੀ। ਹੁਣ ਪੰਜਾਬ ਦੇ ਹਾਲਾਤ ਅੱਜ ਕੀ ਹੈਗੇ ਆ, ਪੰਜਾਬ ਦੇ ਵਿੱਚ ਕਿਹੜੀਆਂ ਬੰਦਿਸ਼ਾਂ ਲਾਈਆਂ ਜਾ ਰਹੀਆਂ, ਪੰਜਾਬ ਦੇ ਵਿੱਚ ਕੀ ਫੈਲਾਇਆ ਜਾ ਰਿਹਾ, ਜਿਹੜਾ ਰਾਇਤਾ ਪੰਜਾਬ 'ਚ ਫੈਲ ਹੋਏ ਆ, ਤੁਹਾਨੂੰ ਕੀ ਲੱਗਦਾ ਇਹ ਜੇ ਪੰਜਾਬ ਦੀ ਇਨਐਫੀਸ਼ੀਐਂਟ ਜਾਂ ਮਤਲਬ ਇਮੈਚੁਰ ਸਰਕਾਰ ਹੈਗੀ ਹੈ ਤਾਂ ਉਸ ਨੂੰ ਉਹਦਾ ਫਾਇਦਾ ਕੌਣ ਉਠਾ ਰਿਹਾ? ਓਕੇ, ਥੈਂਕ ਯੂ ਵੈਰੀ ਮਚ। ਧਾਰਨੀ ਸਾਹਿਬ ਆਪਾਂ ਜਵਾਬ ਵੀ ਲੈਣਾ ਹੈ। ਧਾਰਨੀ ਸਾਹਿਬ, ਚਾਹੇ ਉਹ ਗੈਂਗਸਟਰ ਦੇ ਮਾਮਲੇ ਦੇ ਵਿੱਚ ਹੈਗਾ, ਸਮੇਂ ਦੀ ਮਜਬੂਰੀ ਹੈ ਜਨਾਬ, ਹੋਰ ਮਾਮਲੇ ਦੇ ਵਿੱਚ ਹੈਗਾ। ਜੀ ਧਾਰਨੀ ਸਾਹਿਬ ਆਪਾਂ ਜਵਾਬ ਵੀ ਲੈਣੇ ਆ। ਉਸ ਤੋਂ ਪਹਿਲਾਂ ਮੈਂ ਜ਼ਰੂਰ ਖੜਿਆਲ ਜੀ ਤੋਂ ਵੀ ਇਸ ਮੁੱਦੇ ਤੇ, ਖੜਿਆਲ ਸਾਹਿਬ ਸਿੰਘ ਸਾਹਿਬ ਇਕੱਠੇ ਜਵਾਬ ਦਿਓ ਫਿਰ ਤੁਸੀਂ, ਕਿਉਂਕਿ ਬਾਕੀ ਮਹਿਮਾਨਾਂ ਦੇ ਵੀ ਸਵਾਲ ਆ ਜਾਣਗੇ। ਕਿ ਕਦੇ ਬੀਜੇਪੀ ਨਾਲ ਰਲਣਗੇ ਨਹੀਂ ਐਂਡ ਅਸੀਂ ਇਨਐਫੀਸ਼ੀਐਂਟ ਹੀ ਸਹੀ, ਸਾਨੂੰ ਜਿਹੜੀ ਕੜੀਆਂ ਘੋਲੀਆਂ ਇਹਨਾਂ ਦੀਆਂ ਉਹੋ ਜਿਹੀ ਸਿਆਸਤ ਅਸੀਂ ਨਹੀਂ ਕਰਦੇ, ਸਿੱਧੀਆਂ ਕਰ ਲਾਂਗੇ, ਸਾਫ਼ ਨੀਤ ਨਾਲ ਲੱਗੇ ਆ। ਪਰ ਇਹ ਜ਼ਬਾਨ ਦੇ ਦੇਣ ਕਿ ਅਕਾਲੀ ਭਾਜਪਾ ਕਦੇ ਇਕੱਠੇ ਨਹੀਂ ਹੋਣਗੇ, ਇੰਨੀ ਗੱਲ ਆਪਾਂ ਜਵਾਬ ਲੈ ਲੈਣੇ ਚੱਲ ਰਹੀਆਂ ਨੇ ਅੱਜ। ਥੈਂਕ ਯੂ ਵੈਰੀ ਮਚ। ਧਾਰਨੀ ਸਾਹਿਬ ਸੰਖੇਪ ਦੇ ਵਿੱਚ 2 ਲਾਈਨਾਂ ਦਾ ਕਮੈਂਟ, ਕਿਉਂਕਿ ਟੈਕਨੀਕਲ ਵਜ੍ਹਾ ਕਰਕੇ ਖੜਿਆਲ ਸਾਹਿਬ ਦਾ ਜਵਾਬ ਨਹੀਂ ਆ ਸਕਿਆ। ਜੀ ਧਾਰਨੀ ਸਾਹਿਬ। ਨਹੀਂ ਗਰੇਵਾਲ ਸਾਹਿਬ ਦੀ ਤਾਂ ਚਿੰਤਾ ਹੀ ਇੰਨੀ ਹੈ ਵੀ ਕਿਤੇ ਦੋਏ ਇਕੱਠੇ ਨਾ ਹੋ ਜਾਣ, ਹੋਰ ਕੋਈ ਇਹਨਾਂ ਉਹ ਨਹੀਂ ਤੁਸੀਂ ਦੱਸ ਨਹੀਂ ਕਹਿੰਦੇ ਹੋ ਰਹੇ ਆ, ਇੱਕ ਮਿੰਟ ਦਾ ਪੁੱਛਣਾ ਚਾਹੁੰਦੇ ਆ, ਇੱਕ ਮਿੰਟ ਦਾ ਠਹਿਰੋ, ਪੁੱਛਣਾ ਚਾਹੁੰਦੇ ਆ। ਮੈਂ ਇਹ ਕਹਿਣਾ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੋਇਆ ਕਰਦੀਆਂ, ਪੋਲੀਟੀਕਲ ਪਾਰਟੀਆਂ ਦੇ ਵਿੱਚ ਇਨ ਫਿਊਚਰ ਕੀ ਬਣਦਾ ਹੈਗਾ, ਕਦੇ ਬੀਜੇਪੀ ਫਲਾਣੇ ਨਾਲ ਇਕੱਠੀ ਹੋ ਗਈ, ਕਦੇ ਆਪ ਸ਼ਿਵ ਸੈਨਾ ਨਾਲ ਇਕੱਠੀ ਹੋ ਗਈ, ਕਦੇ ਕਿਸੇ ਨਾਲ। ਤੁਸੀਂ ਵੀ ਕਾਂਗਰਸ ਨਾਲ ਔਰ ਫਿਰ ਇਹਨਾਂ ਮੰਦਾ ਚੰਗਾ ਨਾ ਬੋਲੋ ਨਾ, ਮੰਦਾ ਚੰਗਾ ਨਾ ਬੋਲੋ ਨਾ, ਮੁੜ ਕੇ ਇਕੱਠੇ ਹੋ ਗਏ ਫਿਰ ਔਖਾ ਹੋ ਜਾਣਾ। ਕੋਈ ਗੱਲ ਨਹੀਂ, ਅਸੀਂ ਤਾਂ ਇੰਨਾ ਮੰਦਾ ਚੰਗਾ ਨਾ ਬੋਲੋ, ਕੋਈ ਭਾਈ ਨੇ ਤੁਹਾਡੇ ਐ ਨਾ ਕਰੋ। ਆਪਾਂ ਖੜਿਆਲ ਸਾਹਿਬ ਤੋਂ ਜਵਾਬ ਲੈ ਲਈਏ। ਥੈਂਕ ਯੂ ਵੈਰੀ ਮਚ। ਦਿੱਲੀ ਦੇ ਵਿੱਚ ਤੁਸੀਂ ਸਰਕਾਰ ਕਿਵੇਂ ਬਣਾਈ ਸੀ ਉਹ ਵੀ ਦੱਸ ਦਿਓ। ਆਪਾਂ ਜਵਾਬ ਲੈ ਲੈਣੇ। ਛੱਡਤੀ ਸੀ ਆਪਣੇ ਹੱਕ ਦੇ ਦਮ ਤੇ ਬਣਾਈ ਸੀ, ਪੂਰੀਆਂ ਸੀਟਾਂ ਲੈ ਕੇ ਐਮਸੀਡੀ ਵੀ ਗ੍ਰੇਟ ਮੈਜੋਰਟੀ ਨਾਲ ਬਣਾਵਾਂਗੇ, ਦੇਖੀ ਚੱਲਿਓ, ਕੱਲ ਵੇਟ ਕਰੋ। ਅਸੀਂ ਵੀ ਗ੍ਰੇਟ ਮੈਜੋਰਟੀ ਨਾਲ ਬਣਾਵਾਂਗੇ। ਓਕੇ ਖੜਿਆਲ ਜੀ ਪਲੀਜ਼। ਖੜਿਆਲ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਆ ਰਹੀ ਹੈ ਸਰ। ਜੀ ਖੜਿਆਲ ਸਾਹਿਬ ਜੀ। ਸਿੱਧੂ ਸਾਹਿਬ ਪਹਿਲਾਂ ਤਾਂ ਅੱਛਾ ਸਿੱਧੂ ਸਾਹਿਬ ਇੱਕੋ ਇਸ਼ੂ ਨਾ ਆਡੀਓ ਇਸ਼ੂ ਬੜਾ ਪਰਸਿਸਟ ਕਰ ਰਿਹਾ, ਮੈਂ ਕੰਟੀਨਿਊ ਕਰਦਾ ਮਾੜਾ ਟੀਮ ਨੂੰ ਕਾਈਂਡਲੀ ਕਿਉਂ। ਓਕੇ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕੋਈ ਪ੍ਰੋਬਲਮ ਹੈ ਟੈਕਨੀਕਲ ਵਜ੍ਹਾ ਦੀ। ਠੀਕ ਹੈ ਜੀ, ਪਲੀਜ਼ ਆਪਣਾ ਕੈਰੀ ਔਨ ਪਲੀਜ਼। ਸੋ ਸਿੱਧੂ ਸਾਹਿਬ ਦੇਖੋ, ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਵੀ ਲਾਠੀ ਦਾ ਸਹਾਰਾ ਚਾਹੀਦਾ ਸੀਗਾ ਤੇ ਅੱਜ ਵੀ ਲਾਠੀ ਦਾ ਸਹਾਰਾ ਇਹਨਾਂ ਨੂੰ ਚਾਹੀਦਾ ਹੈ। ਪਹਿਲਾਂ ਇਹ ਉਹ ਲਾਠੀ ਅਕਾਲੀ ਦਲ ਨੂੰ ਐਜ਼ ਲਾਠੀ ਯੂਜ਼ ਕਰਦੇ ਸੀਗੇ, ਹੁਣ ਐਜ਼ ਫਾਰਮਰ ਕਾਂਗਰਸ ਲੀਡਰਸ ਨੂੰ ਐਜ਼ ਲਾਠੀ ਯੂਜ਼ ਕਰਨਾ ਚਾਹੁੰਦੇ ਆ। ਲੇਕਿਨ ਲਾਠੀ ਯੂਜ਼ ਕਰਨ ਵਾਲੇ ਨੂੰ ਇਹ ਨਹੀਂ ਪਤਾ, ਉਹ ਕਹਿ ਰਿਹਾ ਅਸੀਂ ਬਹੁਤ ਤਕੜੇ ਆ। ਲਾਠੀ ਵਾਲਾ ਬੰਦਾ ਤਕੜਾ ਨਹੀਂ, ਕਮਜ਼ੋਰ ਹੁੰਦਾ ਹੈ, ਜਿਹਨੂੰ ਸੋਟੀ ਲੈ ਕੇ ਚੱਲਣਾ ਪਵੇ। ਨਹੀਂ ਤਾਂ ਜਿਹੜੀ ਤੁਹਾਡੀ ਆ ਪਰਫਾਰਮੈਂਸ ਹੈ ਨਾ ਭਾਰਤ ਬੀਜੇਪੀ ਨੂੰ ਪਹਿਲਾਂ ਕਦੇ ਪੰਜਾਬ ਨੇ ਐਕਸੈਪਟ ਕੀਤਾ ਨਾ ਅੱਜ ਕਰੇ। ਆਪਾਂ ਜਵਾਬ ਲੈ ਲਿਆ ਖੜਿਆਲ ਸਾਹਿਬ, ਬਿਲਕੁਲ ਥੈਂਕ ਯੂ ਵੈਰੀ ਮਚ ਜੀ। ਸਿੰਘ ਸਾਹਿਬ ਤੁਸੀਂ ਉਹ ਕਹਿੰਦੇ ਆ ਕਿ ਲਾਠੀ ਲੈ ਕੇ ਇਸ ਲਾਠੀ ਦੇ ਸਹਾਰੇ ਨਾਲ ਚੱਲਦੇ ਆ, ਪੰਜਾਬ ਐਕਸੈਪਟ ਨਹੀਂ ਕਰੇਗਾ ਭਾਜਪਾ ਨੂੰ, ਖੜਿਆਲ ਜੀ ਦਾ ਕਹਿਣਾ ਹੈ ਜੀ। ਸਿੰਘ ਜੀ ਲਾਠੀ ਤੋਂ ਹੀ ਸ਼ੁਰੂ ਕਰਦਾ ਹੈ ਕਿ ਅੱਜ ਜਿਹੜੀ ਲਾਠੀ ਹੈ ਨਾ ਉਹ ਕਾਂਗਰਸ ਦੀ ਦੁਸ਼ਟ ਨੀਤੀਆਂ ਕਰਕੇ ਕਾਂਗਰਸ ਤੇ ਵੱਜੀ, ਕਿਉਂਕਿ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਜੀ ਉਹ ਕਾਂਗਰਸ ਚੋਂ ਹੀ ਆਏ ਸੀ, ਉਹਨਾਂ ਦੇ ਲਾਏ ਬੂਟੇ ਦੀ ਅੱਜ ਲਾਠੀ 543 ਸੀਟਾਂ ਵਾਲੀ ਕਾਂਗਰਸ ਅੱਜ ਸਿਮੜ ਕੇ 45 ਤੇ ਰਹਿ ਗਈ। ਇਹ ਉਹਨਾਂ ਦੇ ਗਲਤ ਕੀਤੇ ਕੰਮਾਂ ਦੀ ਨੀਤੀਆਂ ਦੀ ਵਿਰੋਧ ਦੇ ਕਾਰਨ ਅੱਜ ਦੇਸ਼ ਦੇ ਅੰਦਰ ਕਾਂਗਰਸ ਸਿਮੜਦੀ ਗਈ ਹੈ। ਔਰ ਜਿੱਥੋਂ ਤੱਕ ਗੱਲ ਕਰ ਰਹੇ ਸੀਗੇ ਕਿ ਇਹ ਪੰਜਾਬ ਦੇ ਅੰਦਰ ਹਾਲਾਤਾਂ ਦੀ, ਪੰਜਾਬ ਦੇ ਅੰਦਰ ਵਾਕਈ ਧਾਰਨੀ ਸਾਹਿਬ ਤੁਹਾਡੀ ਗੱਲ ਸਹੀ ਹੈ, ਪੰਜਾਬ ਦੇ ਅੰਦਰ ਹਾਲਾਤ ਖਰਾਬ ਹੈ ਔਰ ਜਿਸ ਦੇ ਲਈ ਸਰਕਾਰ ਨੂੰ ਜਿਹੜੇ ਕਦਮ ਚੱਕਣੇ ਚਾਹੀਦੇ ਸੀ ਉਹ ਨਹੀਂ ਚੱਕ ਰਹੀ। ਔਰ ਆਮ ਆਦਮੀ ਪਾਰਟੀ ਦਾ ਖਰਚਾ ਬਿਲਕੁਲ ਸਹੀ ਹੈ, ਆਮ ਆਦਮੀ ਪਾਰਟੀ ਦਿਨ ਪ੍ਰਤੀ ਦਿਨ ਸਮਾਂ ਵੀ ਨਹੀਂ ਹੈ। ਆਮ ਆਦਮੀ ਪਾਰਟੀ ਇਹਨਾਂ ਪਾਰਟੀਆਂ ਨੂੰ ਇਹ ਰੋਸ ਲੱਗਣਾ ਸ਼ੁਰੂ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਇਗਨੋਰ ਸੀ, ਫਿਰ ਉਹ ਜਿਹੜੀ ਓਕੇ ਥੈਂਕ ਯੂ ਵੈਰੀ ਮਚ ਸਿੰਘ ਜੀ, ਤੁਹਾਡੀ ਗੱਲ ਆ ਗਈ। ਸਿੰਘ ਜੀ ਆ ਗਈ ਗੱਲ, ਮਿਹਰਬਾਨੀ ਤੁਹਾਡੀ ਗੱਲ ਆ ਗਈ। ਖੜਿਆਲ ਜੀ 2 ਲਾਈਨਾਂ ਜੀ। ਮੇਰਾ ਇਹ ਕਹਿਣਾ ਹੈ
ਇਹ ਲਾਠੀ ਦੀ ਗੱਲ ਕਰਦੇ ਆ ਨਾ, ਇਹੀ ਲਾਠੀ ਇਹਨਾਂ ਨੇ ਪਹਿਲਾਂ ਕਿਸਾਨਾਂ ਤੇ ਚਲਾਈ ਹੈ ਤੇ ਤਾਂ ਕਰਕੇ ਪੰਜਾਬ ਨੇ ਇਹਨਾਂ ਨੂੰ ਜਵਾਬ ਦਿੱਤਾ ਸੀਗਾ Okay. ਲਾਸਟ ਇਲੈਕਸ਼ਨ ਦੇ ਵਿੱਚ। ਕਾਫੀ ਇਹ ਇਹਨੀ ਗੱਲ, ਲਾਠੀ ਕਾਫੀ। ਜਿਹੜੀ ਲਾਠੀ ਇਹਨਾਂ ਨੇ ਕਿਸਾਨਾਂ ਤੇ ਚਲਾਈ ਨਾ, ਉਹੀ ਪੰਜਾਬ ਦੇ ਲੋਕਾਂ ਉਸ ਤੋਂ ਬਾਅਦ ਪੰਜਾਬ BJP ਦੇ ਕਿਸਾਨਾਂ ਨੇ ਤੇ ਕਾਂਗਰਸ ਨੂੰ ਵੀ ਜਵਾਬ ਦਿੱਤਾ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। 2 ਸੀਟਾਂ ਤੋਂ ਹੁਣ 0 ਦੀ ਤਾੜੀ। ਥੈਂਕ ਯੂ ਅਬਾਬ ਜੀ, ਅਬਾਬ ਗਰੇਵਾਲ, 18 ਤੇ 0 ਅਬਾਬ ਗਰੇਵਾਲ। ਸਾਡੀ ਗੱਲ ਕਰਦੇ ਸੀ ਨਾ ਵੀ 45 लाठी ਦੋ दी ਸੀਟਾਂ ਤੋਂ ਆਏ ਹੋ, लाठी दी ਦੋ ਸੀਟਾਂ ਤੋਂ कहते 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 जी जिसकी लाठी उसकी भैंस। ਹਾਲੇ ਲਾਠੀ ਨਾਲ ਭੈਂਸਾਂ ਬਹੁਤ ਇਕੱਠੀਆਂ ਕਰ ਲੀਆਂ, ਕੋਈ ਗੱਲ ਨਹੀਂ, ਲੋਕ ਲੋਕਤੰਤਰ 'ਚ ਜਵਾਬ ਦੇਣਗੇ, ਜਿੰਨੇ ਮਰਜ਼ੀ ਇਕੱਠੇ ਕਰੀ ਜਾਓ। ਚਲੋ ਬਿਲਕੁਲ ਆਪਾਂ ਲੋਕਤੰਤਰ ਤੇ ਛੱਡ ਕੇ ਬਹਿਸ ਨੂੰ ਸਮੇਟਦੇ ਹਾਂ। ਬਿਲਕੁਲ ਬਹੁਤ ਮਿਹਰਬਾਨੀ ਜੀ। ਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ। ਕਿਤੇ ਫੇਰ ਸਮਾਂ ਮਿਲੇਗਾ ਆਪਾਂ ਜ਼ਰੂਰ ਇਹਨਾਂ ਮੁੱਦਿਆਂ ਤੇ ਚਰਚਾ ਕਰਾਂਗੇ। ਸਾਰੇ ਮਹਿਮਾਨਾਂ ਦੇ ਧੰਨਵਾਦੀ ਹਾਂ। ਜਿਸ ਮਾਮਲੇ ਤੇ ਆਪਾਂ ਚਰਚਾ ਕੀਤੀ ਹੈ, ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਏ ਹੈ ਨਵੇਂ ਚਿਹਰੇ ਕੈਪਟਨ ਅਮਰਿੰਦਰ, ਸੁਨੀਲ ਜਾਖੜ, ਦੂਜੇ ਆਗੂਆਂ ਦੀ ਗੱਲ ਕਰੋ ਕਿ ਇਹਦੇ ਨਾਲ ਪੰਜਾਬ 'ਚ ਜਿਹੜਾ ਭਾਜਪਾ ਦਾ ਰੁਖ ਬਦਲੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਰਾਏ ਆਪੋ ਆਪਣੀ, ਪਰ ਇਹ ਜ਼ਰੂਰ ਹੈ ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਸਾਰੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਨਾਲ ਹੀ ਆਪਾਂ ਆਪਣੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।